ਹਾਰਮੋਨੀਅਮ ਚੱਕ ਸਤਨਾਮ ਵਾਹਿਗੁਰੂ ਸਾਹਿਬ ਜੀ। ਧਰ ਜਿਅਰੇ ਇੱਕ ਟੇਕ ਤੂੰ, ਲਾਹੇ ਵਡਾਨੀ ਆਸ। ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਜਿਉਂ ਬੁਲਾਵੋ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਖੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਣਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਣਾਈ। ਸਾਹਿਬੇ ਕਮਾਲ ਸਾਹਿਬੇ ਜਲਾਲ ਸਾਹਿਬੇ ਇਕਬਾਲ, ਨੂਰੇ ਨਜ਼ਰ ਵਰਦੋ ਆਲਮ ਸ਼ਾਹ, ਰਾਜ਼ਾਂ ਰਾਜ਼ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। 10 ਗੁਰੂ ਸਾਹਿਬਾਨ ਦੀ ਜਾਗਦੀ ਜੋਤ, ਪ੍ਰਮਾਣਿਕ ਭਗਤਾਂ ਦਾ ਆਤਮਿਕ ਸਰੂਪ, ਸਰਬ ਸੁਖ ਸੰਪੰਨ ਸਰਬ ਦੁਖ ਹਰਤਾ, ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਅੰਦਰ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਬਹੁਤ ਹੀ ਵੱਡੇ ਭਾਗਾਂ ਵਾਲੇ ਧੰਨਤਾ ਦੇ ਪਾਤਰ ਹੋ, ਜੋ ਸਤਿਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਨਾਲ ਅੰਮ੍ਰਿਤ ਵੇਲੇ ਨੂੰ ਸੰਭਾਲਦਿਆਂ ਹੋਇਆਂ
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦੇ ਵਿੱਚ ਬੈਠ ਕੇ ਇਹ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰਮੁਖ ਪਿਆਰਿਓ, ਗੁਰੂ ਘਰ ਦੇ ਪ੍ਰਬੰਧਕਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਕਿ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ 3 ਰੋਜ਼ਾ ਗੁਰਮਤਿ ਸਮਾਗਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 4 ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਤੇ ਹੋਰ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਪ੍ਰੋਗਰਾਮ ਬਣਾਏ ਗਏ ਨੇ। ਆਓ ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਦੇ ਨਾਲ ਗੁਰੂ ਸਾਹਿਬਾਨ ਦੇ ਇਤਿਹਾਸ ਦੇ ਝਰੋਖੇ ਚੋਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਰੌਸ਼ਨੀ ਚੋਂ ਆਪਾਂ ਗੁਰਮਤਿ ਵਿਚਾਰ ਦੀ ਸਾਂਝ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੀ ਅਸੀਸ, ਚੜ੍ਹਦੀ ਕਲਾ ਦਾ ਪ੍ਰਤੀਕ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਮੂਹ ਸਾਧ ਸੰਗ ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਗਤ ਦੇ ਜੀਵਾਂ ਦੇ ਉਧਾਰ ਦੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੀ ਇਸ ਸੰਸਾਰ ਤੇ ਆਮਦ ਹੋਈ ਹੈ। ਜਦੋਂ ਸਾਰਾ ਜਗਤ ਤਰਾਹ ਕਰਦਾ ਪਿਆ ਸੀ, ਅੱਤ ਦੇ ਇੱਥੇ ਜ਼ੁਲਮ ਹੋ ਰਹੇ ਸਨ, ਤੇ ਜਿਹੜਾ ਧਾਰਮਿਕ ਆਗੂ ਵੀ ਸੀ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਿਆ ਹੋਇਆ ਤੇ ਲੋਕਾਂ ਨੂੰ ਸੱਚ ਤੇ ਧਰਮ ਦੀ ਸੇਧ ਨਾ ਦੇ ਸਕਿਆ, ਤੇ ਧਰਤੀ ਮਾਨੋ ਧਰਮ ਨੇ ਫਿਰ ਪੁਕਾਰ ਕੀਤੀ ਉਸ ਪਰਮਾਤਮਾ ਦੇ ਅੱਗੇ, ਤੇ ਧਰਮ ਦੀ ਪੁਕਾਰ ਸੁਣਦਿਆਂ ਹੋਇਆਂ ਇਸ ਧਰਮ ਦੀ ਬਹਾਲਤਾ ਲਈ ਗੁਰੂ ਨਾਨਕ ਪਾਤਸ਼ਾਹ ਸੰਸਾਰ ਤੇ ਆਏ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਚਾਰਿਆ ਹੋਇਆ ਧਰਮ ਬੜਾ ਹੀ ਨਿਰਾਲਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ 4 ਉਦਾਸੀਆਂ ਕੀਤੀਆਂ ਤੇ ਜਗਤ ਦੇ ਜੀਵਾਂ ਨੂੰ ਹੁਣ ਸੱਚ ਦੇ ਨਾਲ ਜੋੜਿਆ ਹੈ, ਜਿਸ ਦੇ ਪਰਥਾਏ ਭਾਈ ਗੁਰਦਾਸ ਜੀ ਕਹਿੰਦੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਜਗਤ ਦੇ ਜੀਵਾਂ ਨੂੰ ਉਧਾਰ ਦੇ ਲਈ ਸੰਸਾਰਿਕ ਤੌਰ ਤੇ ਯਾਤਰਾ ਸ਼ੁਰੂ ਕਰਦੇ ਨੇ, ਉਦਾਸੀਆਂ ਸ਼ੁਰੂ ਕਰਦੇ ਨੇ, ਤੇ ਇਸ ਧਰਮ ਦੀ ਸਭ ਤੋਂ ਵੱਡਾ ਸਿਧਾਂਤ ਹੀ ਇਸ ਚੀਜ਼ ਤੋਂ ਸ਼ੁਰੂ ਹੁੰਦਾ ਹੈ ਕਿ ਜਿਸ ਦਾ ਆਪਾਂ ਜਨਮ ਸਾਖੀ ਦਾ ਵੀ ਆਧਾਰ ਹੈ ਕਿ ਗੁਰੂ ਨਾਨਕ ਪਾਤਸ਼ਾਹ ਹੁਣ ਜਦੋਂ ਵੇਈ ਨਦੀ ਦੇ ਵਿੱਚੋਂ ਨਿਕਲਦੇ ਨੇ ਨਾ, ਤੇ ਹੁਣ ਕਬਰਸਤਾਨ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ। ਹੁਣ ਉਹ ਤੋਂ ਪਹਿਲਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਮੋਦੀਖਾਨੇ ਦੇ ਵਿੱਚ ਨੇ, ਤੇ ਫਿਰ ਜਗਤ ਦੇ ਜੀਵਾਂ, ਉੱਥੋਂ ਦੇ ਜੀਵਾਂ ਨੂੰ 13 ਕਰਕੇ ਤੋਲਦੀਆਂ ਰਸਦਾ ਵੰਡਦੇ ਪਏ ਨੇ। ਤੇ ਜਦੋਂ ਚੁਗਲੀਆਂ ਲਾਉਣ ਵਾਲਿਆਂ ਨੇ ਨਵਾਬ ਦੌਲਤ ਖਾਂ ਤੱਕ ਚੁਗਲੀਆਂ ਲਾਈਆਂ ਨੇ, ਸ਼ਿਕਾਇਤਾਂ ਲਾਈਆਂ ਨੇ, ਜਦੋਂ ਦੌਲਤ ਖਾਂ ਦੇ ਕਰਿੰਦਿਆਂ ਨੇ ਸਾਰਾ ਨਿਰੀਖਣ ਕੀਤਾ ਤੇ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਸੀ, ਇਸ ਨੂੰ ਦੇਖ ਕੇ ਦੌਲਤ ਖਾਂ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੁਰੀਦ ਬਣ ਜਾਂਦਾ ਹੈ, ਉਹ ਜਿਹੜਾ ਹੈ ਸ਼ਰਧਾਲੂ ਬਣ ਜਾਂਦਾ ਹੈ। ਤੇ ਇਧਰੋਂ ਜਦੋਂ ਵੇਈ ਨਦੀ ਦੇ ਵਿੱਚੋਂ 3 ਦਿਨ ਹੋ ਗਏ ਨਿਕਲੇ ਨਾ, ਤੇ ਜਦੋਂ 3 ਦਿਨ ਬਾਅਦ ਆਉਂਦੇ ਨੇ ਤੇ ਸਿੱਧਾ ਟਿਕਾਣਾ ਕਬਰਸਤਾਨ ਦੇ ਵਿੱਚ ਰੋਕਦੇ ਨੇ। ਤੇ ਜਿਹੜੇ ਲੋਕਾਂ ਨੂੰ ਪਤਾ ਲੱਗਦਾ ਹੈ ਤੇ ਸਾਰੇ ਕਬਰਸਤਾਨ 'ਚ ਆਉਂਦੇ, ਇੱਥੋਂ ਤੱਕ ਦੌਲਤ ਖਾਂ ਵੀ ਆ ਜਾਂਦਾ ਹੈ ਤੇ ਕਹਿੰਦਾ ਆ ਕੇ, ਬਾਬਾ ਤੂੰ ਵੇਈ ਨਦੀ ਦੇ ਵਿੱਚ ਗਿਆ ਤੇ ਜਿਵੇਂ ਕਿਤੇ ਲੋਕਾਂ ਨੇ ਜਾ ਕੇ ਬੇਬੇ ਨਾਨਕੀ ਨੂੰ ਵੀ ਜਾ ਕੇ ਕਿਹਾ ਸੀ ਨਾ, ਬੇਬੇ ਉਹ ਤੇਰਾ ਵੀਰ ਜਿਹੜਾ ਹੈ ਉਹ ਲੱਗਦਾ ਨਦੀ ਦੇ ਵਿੱਚ ਡੁੱਬ ਗਿਆ ਹੈ, ਉਹ ਤਾਂ ਬਾਹਰ ਨਹੀਂ ਨਿਕਲਿਆ। ਤੇ ਬੇਬੇ ਨਾਨਕੀ ਨੇ ਭਰੋਸੇ ਦੀਆਂ ਤੰਦਾਂ ਨੂੰ ਉਸ ਮਾਲਕ ਦੇ ਅੱਗੇ
ਜਿਹਦੀਆਂ ਭਰੋਸੇ ਦੀਆਂ ਤੰਦਾਂ ਇੰਨੀਆਂ ਮਜ਼ਬੂਤ ਸਨ, ਤੇ ਉਹਨੇ ਅਲਫਾਜ਼ ਆਖੇ ਸਨ, ਜਿਹੜਾ ਜਗਤ ਨੂੰ ਤਾਰਨ ਲਈ ਆਇਆ ਹੋਵੇ, ਜਿਹੜਾ ਡੁੱਬਦਿਆਂ ਨੂੰ ਤਾਰਨ ਵਾਲਾ ਹੋਵੇ, ਤੇ ਉਹ ਕਦੇ ਆਪ ਨਹੀਂ ਜੇ ਡੁੱਬ ਸਕਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਨਿਕਲੇ ਵਈ ਨਦੀ ਦੇ ਵਿੱਚੋਂ ਨਾ, ਤੇ ਉਸ ਵਕਤ ਕਬਰਸਤਾਨ, ਤੇ ਹੁਣ ਕਬਰਸਤਾਨ ਦੇ ਵਿੱਚ ਪਹੁੰਚੇ ਲੋਕਾਂ ਨੇ ਕਿਹਾ, ਬਾਬਾ ਤੂੰ ਇੱਥੇ ਜਿਹੜਾ ਕਬਰਸਤਾਨ ਦੇ ਵਿੱਚ ਕੀ ਸੋਚਦਾ ਪਿਆ ਏ, ਇੱਥੇ ਕਿਉਂ ਬੈਠਾ ਏ, ਤੇ ਤੂੰ ਆਪਣੇ ਘਰਾਂ ਨੂੰ ਜਾ, ਤੇ ਜਿਹੜਾ ਜਗਤ ਦੇ ਜੀਵਾਂ ਦੇ ਲਈ ਕਾਰਜ ਸੱਚ ਦਾ ਆਰੰਭਤਾ ਹੈ, ਤੇ ਉਹਦੀ ਆਰੰਭਤਾ ਕਰ। ਤੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਸੱਜਣਾ ਨੂੰ ਕਹਿੰਦੇ ਨੇ, ਸੱਜਣੋ, ਜਿਸ ਕਾਰਜ ਦੀ ਆਰੰਭਤਾ ਜਿਸ ਸੱਚ ਨਾਲ ਲੋਕਾਂ ਨੂੰ ਜੋੜਨਾ ਹੈ, ਤੇ ਉਹਦਾ ਆਧਾਰ ਜਿਹੜਾ ਹੈ ਉਹ ਇੱਥੋਂ ਹੀ ਸ਼ੁਰੂ ਹੋਏਗਾ, ਕਿਉਂਕਿ ਹਕੀਕਤ ਸੱਚ ਵੀ ਹੈ। ਗੁਰੂ ਪਾਤਸ਼ਾਹ ਜੀ ਦਾ ਇੱਕ ਨੁਕਤਾ ਸੀ ਇੱਥੇ ਦਿਖਾਉਣ ਦਾ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਪਹਿਲਾ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ। ਜਿਸ ਮਨੁੱਖ ਨੂੰ ਮੌਤ ਚੇਤੇ ਹੋਏਗੀ, ਸੱਚ ਜਾਣਿਓ ਸੱਚ ਤੇ ਧਰਮ ਤੇ ਰੱਬ ਜਿਹੜਾ ਚੇਤੇ ਵੀ ਉਹਨੂੰ ਹੀ ਹੋਏਗਾ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਜ਼ਿੰਦਗੀ ਦਾ ਆਧਾਰ, ਜ਼ਿੰਦਗੀ ਦੀਆਂ ਖੁਸ਼ੀਆਂ, ਜ਼ਿੰਦਗੀ ਦੀ ਬਹਾਲਤਾ ਦਾ ਆਧਾਰ ਕੇਵਲ ਇਸ ਚੀਜ਼ ਤੇ ਹੈ ਕਿ ਪਹਿਲਾ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਵੇਖੋ ਪਹਿਲਾ ਸਿਧਾਂਤ ਹੀ ਜਿਹੜਾ ਹੈ ਉਹ ਮਰਨ ਤੇ ਹੈ। ਹੁਣ ਮਰਨਾ ਕਿਹੜਾ ਹੈ? ਗੁਰਮੁਖ ਪਿਆਰਿਓ, ਕੀ ਇਸ ਸਰੀਰ ਦੇ ਵਿੱਚੋਂ ਇਹ ਸਵਾਸ ਨਿਕਲ ਜਾਣ, ਇਹਦਾ ਮਰਨਾ ਨਹੀਂ ਪਿਆਰਿਓ। ਆਪਣੀ ਜ਼ਿੰਦਗੀ ਦੇ ਵਿੱਚ ਜੀਂਦੇ ਜੀ ਆਪਣੀਆਂ ਜਿਹੜੀਆਂ ਹੈ ਵਿਕਾਰਾਂ ਨੂੰ ਖਤਮ ਕਰਕੇ, ਜਿਹੜਾ ਪਾਪਾਂ ਨੂੰ, ਤੇ ਜਿਹੜੇ ਆਪਣੇ ਜ਼ਿੰਦਗੀ ਦੇ ਵਿੱਚ ਗੁਣਾਂ ਦਾ ਪ੍ਰਹਾਣ ਕਰਕੇ, ਤੇ ਮਾਲਕ ਦੇ ਚਰਨਾਂ ਦੇ ਵਿੱਚ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਆਤਮ ਸਮਰਪਣ ਭਾਵਨਾ ਦੇ ਨਾਲ ਜਦੋਂ ਗੁਰੂ ਦੇ ਚਰਨ ਦੇ ਵਿੱਚ ਡਿੱਗ ਜਾਏਗਾ, ਅਸਲ ਦੇ ਵਿੱਚ ਉਹ ਗੁਰੂ ਦੀ ਸ਼ਰਨ ਦੇ ਵਿੱਚ ਆਤਮ ਸਮਰਪਣ ਕੀਤਾ ਹੋਇਆ, ਤੇ ਗੁਰਮੁਖ ਪਿਆਰਿਓ ਉਹ ਮੁਰਦਾ ਪ੍ਰਵਾਨ ਹੈ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਜਿਹਦੇ ਅੰਦਰ ਭਰਮ ਖਤਮ ਹੋ ਗਿਆ, ਜਿਹਦੇ ਅੰਦਰ ਤੌਖਲਾ ਖਤਮ ਹੋ ਗਿਆ, ਜਿਹੜਾ ਕੇਵਲ ਇੱਕ ਦੇ ਨਾਲ ਜੁੜਿਆ ਹੈ, ਤੇ ਜਿਹੜਾ ਇੱਕ ਨਾਲ ਜੁੜ ਜਾਏ ਤੇ ਉਹਦੀ ਜ਼ਿੰਦਗੀ ਦੇ ਹਰ ਕਾਰਜ ਪੂਰੇ ਹੁੰਦੇ ਨੇ, ਉਹਦੀ ਜ਼ਿੰਦਗੀ ਦਾ ਹਰ ਮਨਸਾ, ਉਹਦੀ ਜ਼ਿੰਦਗੀ ਦਾ ਹਰ ਫੈਸਲਾ ਉਹ ਪ੍ਰਵਾਨ। ਤੇ ਸਤਿਗੁਰੂ ਜੀ ਦੇ ਬਚਨ ਕਿ ਧਰ ਜੀਅਰ ਇੱਕ ਟੇਕ ਤੂੰ, ਲਾਹੇ ਵਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਨੇ 4 ਉਦਾਸੀਆਂ ਕੀਤੀਆਂ। ਗੁਰਮੁਖ ਪਿਆਰਿਓ, ਆਪਾਂ ਇਹ ਇਤਿਹਾਸ ਦੀ ਲੜੀ ਨੂੰ ਪਰਾਉਣ ਲੱਗੇ ਹਾਂ, ਤੇ ਜਿਹੜੀ ਤੰਦ ਅਖੀਰਤਾ, ਜਿਹੜੀ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਹੈ, ਪਰ ਉਹਦਾ ਸ਼ੁਰੂਆਤ ਕਿੱਥੋਂ ਸੀ? ਆਖਰਕਾਰ ਉਹ ਕੀ ਕਾਰਨ ਬਣੇ ਸਨ ਕਿ ਸ਼ਹਾਦਤਾਂ ਦੇ ਮੁੱਢ ਵੱਜੇ ਸਨ? ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਲੜੀ ਇਤਿਹਾਸ ਤੋਂ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ 4 ਉਦਾਸੀਆਂ ਕੀਤੀਆਂ, ਤੇ ਥਾਂ ਪਰ ਥਾਂ ਜਾ ਕੇ ਹੁਣ ਸੱਚ ਦਾ ਪ੍ਰਚਾਰ ਕੀਤਾ ਹੈ। ਜਿਹੜੇ ਲੋਕ ਕਦੇ ਮਰਿਆਦਾ ਤੋਂ ਟੁੱਟ ਚੁੱਕੇ ਸਨ, ਜਿਹੜੇ ਲੋਕ ਕਦੇ ਧਰਮ ਨੂੰ ਸਮਝਦੇ ਨਹੀਂ ਸਨ, ਤੇ ਜਾਂ ਲੋਕਾਂ ਨੂੰ ਧਰਮ ਬਾਰੇ ਪਤਾ ਨਹੀਂ ਸੀ, ਸੱਚ ਬਾਰੇ ਪਤਾ ਨਹੀਂ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਦੇ ਕੋਲ ਜਾ ਜਾ ਕੇ ਉਹਨਾਂ ਦੀਆਂ ਆਤਮਾ ਨੂੰ ਝੰਜੋੜ ਕੇ, ਤੇ ਜਿਹੜਾ ਸੱਚ ਦਾ ਉਸ ਪਰਮਾਤਮਾ ਦੇ ਸੱਚ ਦੇ ਨਾਲ ਜੋੜਿਆ ਹੈ। ਚਾਹੇ ਗੁਰੂ ਨਾਨਕ ਪਾਕ ਕੌਡੇ ਰਾਖਸ਼ ਨੂੰ ਮਿਲਦੇ ਨੇ, ਚਾਹੇ ਬਲੀ ਕੰਧਾਰੀ ਨੂੰ ਮਿਲਦੇ ਨੇ, ਚਾਹੇ ਸੱਜਣ ਠੱਗ ਨੂੰ ਮਿਲਦੇ ਨੇ, ਤੇ ਜਿਨ੍ਹਾਂ ਦੇ ਕਰਮ ਤਾਂ ਜਿਹੜੇ ਹੈ ਉਹ ਸਮਾਜਿਕ ਤੌਰ ਤੇ ਕਰਦੇ ਕੁਝ ਹੋਰ ਸਨ, ਤੇ ਜਿਹੜਾ ਅੰਦਰ ਦਾ ਕਪਟ ਕੁਝ ਹੋਰ ਸੀ। ਜਿਵੇਂ ਸੱਜਣ ਠੱਗ ਸੀ, ਕਰਮ ਤਾਂ ਦੁਨਿਆਵੀ ਤੌਰ ਤੇ ਉਹ ਚੰਗੇ ਕਰਦਾ ਪਿਆ ਸੀ, ਲੋਕ ਜਿਹੜੇ ਉਹਨੂੰ ਸ਼ੇਖ ਕਹਿੰਦੇ ਸਨ, ਕੋਈ ਉਹਨੂੰ ਸੱਜਣ ਕਹਿੰਦੇ ਸਨ, ਪਰ ਜਿਹੜੀ ਅੰਦਰ ਦਾ ਕਪਟ ਕੀ ਸੀ, ਅੰਦਰ ਦੀ ਬਿਰਤੀ ਕੀ ਸੀ, ਉਹਨੇ ਇੱਕ ਸਰਾਂ ਬਣਾਈ ਹੋਈ, ਤੇ ਸਰਾਂ ਦੇ ਵਿੱਚ ਜਰਨੈਲੀ ਸੜਕ ਦੇ ਉੱਤੇ ਸਰਾਂ, ਤੇ ਜਿਹੜੇ ਰਾਹਗੀਰ ਆਉਂਦੇ ਜਾਂਦੇ ਲੰਘਦੇ ਜਦੋਂ ਉਸ ਸਰਾਂ ਦੇ ਵਿੱਚ ਰੁਕਦੇ ਸਨ, ਸੱਜਣ ਦੇ ਕਰਿੰਦੇ ਉਹਨਾਂ ਰਾਹਗੀਰਾਂ ਨੂੰ ਰਹਿਣ ਲਈ ਥਾਂ ਦਿੰਦੇ ਸਨ, ਖਾਣ ਲਈ ਭੋਜਨ ਦਿੰਦੇ ਸਨ, ਰਜਾਈ ਤਲਾਈ ਕੱਪੜਾ ਤੇ ਸਭ ਕੁਝ ਜਿਹੜਾ ਪ੍ਰਬੰਧ ਕਰਦੇ ਸਨ। ਪਰ ਜਿਹੜਾ ਹੈ ਉਹ ਲੋਕ, ਉਹ ਰਾਹਗੀਰ ਨਹੀਂ ਸੀ ਜਾਣਦੇ ਕਿ ਜਿਸ ਨੂੰ ਕਦੇ ਅਸੀਂ ਇੰਨਾ ਚੰਗਾ ਮਨੁੱਖ ਸਮਝਦੇ ਹਾਂ, ਜਿਸ ਨੂੰ ਅਸੀਂ ਸੱਜਣ ਕਹਿੰਦੇ ਹਾਂ, ਤੇ ਕੋਈ ਸ਼ੇਖ ਕਹਿੰਦੇ ਸਨ, ਤੇ ਜਿਹਦੇ ਕਰਮਾਂ ਨੂੰ ਵੇਖ ਕੇ ਕਹਿੰਦੇ ਸਨ ਕਿ ਇਹ ਭਲਾਈ ਦੇ ਕਾਰਜ ਕਰਦਾ ਪਿਆ ਏ, ਪਰ ਲੋਕ ਨਹੀਂ ਸੀ ਜਾਣਦੇ
ਕਿ ਜਦੋਂ ਲੋਕ ਰਾਤ ਨੂੰ ਸੌਂ ਜਾਂਦੇ ਸਨ ਤੇ ਸੱਜਣ ਆਪਣੇ ਕਰਿੰਦਿਆਂ ਨਾਲ ਮਿਲ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਤੇ ਉਹਨਾਂ ਦਾ ਸਾਰਾ ਸਾਜੋ ਸਮਾਨ ਲੁੱਟ ਲੈਂਦਾ ਸੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਵੀ ਗਏ ਨੇ ਪਿਆਰਿਓ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਵੀ ਤੇ ਜਦੋਂ ਭਾਈ ਮਰਦਾਨਾ ਜੀ ਗਏ ਤੇ ਸੱਜਣ ਸੋਚਦਾ ਅੱਜ ਮੇਰੇ ਘਰ 'ਚ ਪਤਾ ਨਹੀਂ ਕਿੰਨਾ ਕੁ ਅਮੀਰ ਭੱਦਰ ਪੁਰਸ਼ ਆ ਗਿਆ ਏ, ਉਹਦਾ ਲਿਬਾਸ ਤੱਕ ਕੇ ਤੇ ਉਸ ਵਕਤ ਉਹਨੂੰ ਆਦਰ ਸਤਕਾਰ ਦੇ ਲਈ ਹੁਣ ਕਮਰਾ ਵੀ ਦਿੰਦਾ ਏ, ਰਜਾਈ ਤਲਾਈ ਵੀ ਦਿੰਦਾ ਏ, ਭੋਜਨ ਵੀ ਭੇਜਦਾ ਏ। ਪਰ ਸਤਿਗੁਰੂ ਪਾਤਸ਼ਾਹ ਹੁਣ ਭੋਜਨ ਛਕਦੇ ਨਹੀਂ, ਕਿਉਂਕਿ ਪਤਾ ਹੈ ਕਿ ਇਸੇ ਭੋਜਨ ਦੇ ਵਿੱਚ ਮਿਲਾਇਆ ਹੋਇਆ ਜ਼ਹਿਰ ਤੇ ਜੇ ਕਿਤੇ ਖਾਦਾ ਤੇ ਜਿਹੜੀ ਮੌਤ ਹੋ ਜਾਣੀ ਹੈ। ਪਰ ਅਸਲ ਦੇ ਵਿੱਚ ਗੁਰੂ ਨਾਨਕ ਦਾ ਕਰਮ ਕੁਛ ਹੋਰ, ਸੋਚ ਕੁਛ ਹੋਰ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਣ ਜਿਹੜਾ ਭੋਜਨ ਛਕਿਆ ਨਹੀਂ। ਸਾਰੀ ਰਾਤ ਬਿੜਕ ਦੇ ਵਿੱਚ ਨਾਲ ਦੇ ਕਮਰੇ ਦੇ ਵਿੱਚ ਕਿਵੇਂ ਨਾ ਕਿਵੇਂ ਜਿਹੜਾ ਇਹ ਅੱਜ ਮੇਰੇ ਘਰ ਦੇ ਵਿੱਚ ਆਇਆ ਇਹ ਫਕੀਰ ਕਦੋਂ ਸੋਏਗਾ, ਮੈਂ ਆਪਣੇ ਕਰਿੰਦਿਆਂ ਦੇ ਨਾਲ ਮਿਲ ਕੇ ਜਿਹੜਾ ਇਹਨੂੰ ਮਾਰ ਦਵਾਂਗਾ, ਤੇਰਾ ਸਾਰਾ ਸਾਜੋ ਸਮਾਨ ਲੁੱਟ ਲਵਾਂਗਾ। ਪਰ ਗੁਰੂ ਨਾਨਕ ਪਾਤਸ਼ਾਹ ਅੱਧੀ ਰਾਤ ਬੀਤ ਚੁੱਕੀ ਏ ਪਰ ਸੌਂਦੇ ਨਹੀਂ। ਇੱਧਰ ਸੱਜਣ ਬਿੜਕ ਲਗਾ ਕੇ ਬੈਠਾ ਹੈ ਤੇ ਹੁਣ ਜਿਹੜਾ ਹੈ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਫਿਰ ਸ਼ਬਦ ਉਚਾਰਨ ਕੀਤਾ ਹੈ, ਉਜਲ ਕੇਹਾ ਚਿਲਕਣਾ ਕੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਇਸੇ ਸ਼ਬਦ ਦੇ ਵਿੱਚ ਹੈ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਹੀਨ। ਸਤਿਗੁਰੂ ਜੀ ਦੇ ਇਸ ਸ਼ਬਦ ਦੇ ਵਿੱਚ ਪ੍ਰਤੱਖ ਤੌਰ ਤੇ ਉਦਾਹਰਨ ਕਹਿਣ ਲੱਗੇ, ਵੇਖ ਜਿਵੇਂ ਇੱਕ ਬਗਲਾ ਹੈ ਉਹ ਤਨ ਦਾ ਚੱਟਾ ਏ, ਤਾਂ ਤਨ ਦੇ ਉੱਤੇ ਦਾਗ ਕੋਈ ਨਹੀਂ ਤੇ ਰਹਿੰਦਾ ਕਿੱਥੇ ਤੀਰਥਾਂ ਦੇ ਉੱਤੇ ਵਾਸਾ ਏ। ਤੇ ਦੇਖ ਇੰਨੇ ਚੰਗੇ ਸਥਾਨ ਤੇ ਉਹ ਰਹਿੰਦਿਆਂ ਹੋਇਆਂ ਵੀ ਆਪਣੇ ਕਰਮ ਨੂੰ ਨਹੀਂ ਜੇ ਬਦਲ ਸਕਦਾ। ਉਹ ਰਹਿੰਦਾ ਤੀਰਥਾਂ ਦੇ ਉੱਤੇ ਪਰ ਕਰਦਾ ਕੀ ਹੈ, ਉਹਨੂੰ ਜਦੋਂ ਉਹਨੂੰ ਭੁੱਖ ਲੱਗਦੀ ਉਹਦੀ ਪੇਟ ਦੀ ਪੂਰਤੀ ਦੇ ਲਈ ਉਹ ਕਰਮ ਕੀ ਕਰਦਾ ਕਿ ਜਿਹੜਾ ਸਰੋਵਰ ਜਿਸ ਦੇ ਵਿੱਚ ਡੱਡੀਆਂ ਨੇ, ਮੱਛੀਆਂ ਨੇ, ਸਰੋਵਰਾਂ ਦੇ ਵਿੱਚ ਤੀਰਥਾਂ ਦੇ ਲਾਗੇ ਵਾਸਾ ਹੈ ਤੇ ਇੱਕ ਲੱਤ ਦੇ ਨਾਲ ਉਹ ਸਰੋਵਰ ਦੇ ਵਿੱਚ ਖੜਾ ਹੋ ਜਾਂਦਾ ਹੈ ਤੇ ਅੱਖਾਂ ਬੰਦ ਜਿਵੇਂ ਕੋਈ ਡੱਡੀਆਂ ਤੇ ਮੱਛੀਆਂ ਸੋਚਦੀਆਂ ਮਨਾ ਪਤਾ ਨਹੀਂ ਕਿਉਂ ਅੱਜ ਸਾਡੇ ਨਗਰ ਦੇ ਵਿੱਚ ਕੋਈ ਚੰਗਾ ਕੋਈ ਭੱਦਰ ਪੁਰਸ਼ ਆਇਆ ਹੈ। ਜਿਵੇਂ ਹੀ ਮਾਨੋ ਡੱਡੀਆਂ ਤੇ ਮੱਛੀਆਂ ਅਗਾਹ ਜਾਂਦੀਆਂ ਨੇ ਤੇ ਜਿਹੜਾ ਹੈ ਬਗਲਾ ਜਿਹੜਾ ਇੱਕ ਲੱਤ ਤੇ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਖੜਾ ਸੀ ਤੇ ਜਿਵੇਂ ਡੱਡੀਆਂ ਤੇ ਮੱਛੀਆਂ ਲਾਗੇ ਆਈਆਂ ਆਪਣੀ ਅੱਖ ਨੂੰ ਖੋਲਿਆ ਏ ਤੇ ਚੁੰਝ ਮਾਰੀ ਤੇ ਚੁੰਝ ਦੇ ਨਾਲ ਹੁਣ ਮਛਲੀ ਨੂੰ ਪਕੜਿਆ, ਚੱਲ ਫਿਰ ਅੰਦਰ ਨਿਕਲ ਲਿਆ। ਸਤਿਗੁਰੂ ਪਾਤਸ਼ਾਹ ਜੀ ਨੇ ਤੇ ਫਿਰ ਉਸ ਬਗਲੇ ਦੀ ਬਿਰਤੀ ਨੂੰ ਤੇ ਸਮਝਾਉਂਦਿਆਂ ਹੋਇਆ ਸ਼ਬਦ ਦੇ ਵਿੱਚ ਗੱਲ ਕੀਤੀ ਹੈ। ਕਹਿਣ ਲੱਗੇ ਵੇਖ ਤੀਰਥਾਂ ਤੇ ਵਾਸਾ ਏ ਪਰ ਅੰਦਰ ਦੀ ਬਿਰਤੀ ਬੜੀ ਭੈੜੀ ਹੈ। ਮਾਨੋ ਸੱਜਣ ਨੂੰ ਐਂ ਲੱਗਣ ਲੱਗ ਗਿਆ ਕਿ ਬਾਬਾ ਤਾਂ ਮੇਰੇ ਘਰ ਦੇ ਵਿੱਚ ਆਇਆ ਤੇ ਮੇਰੇ ਬਾਰੇ ਬਹੁਤ ਕੁਝ ਜਾਣਦਾ ਹੈ। ਮੇਰੇ ਬਾਰੇ ਤਾਂ ਅੱਜ ਤੱਕ ਕੋਈ ਜਾਣ ਨਹੀਂ ਸਕਿਆ, ਪਰ ਜਿਹੜਾ ਬਾਬਾ ਅੱਜ ਮੇਰੇ ਘਰ 'ਚ ਆਇਆ ਹੈ ਇਹ ਤਾਂ ਮਾਨੋ ਫਿਰ ਮੇਰੇ ਅੰਦਰ ਦੀ ਬਿਰਤੀ ਨੂੰ ਵੀ ਜਾਣਦਾ ਹੈ। ਤੇ ਫਿਰ ਸੱਜਣ ਠੱਗ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਡਿੱਗਿਆ ਹੈ। ਤੇ ਗੁਰਮੁਖ ਪਿਆਰਿਓ, ਇਸ ਤਰ੍ਹਾਂ ਜਗਤ ਦੇ ਜੀਵਾਂ ਦਾ ਆਧਾਰ ਕਰਦੇ ਹੋਏ ਜਿਹੜੇ ਕਿਤੇ ਕਰਮ ਕਰ ਰਹੇ ਸਨ ਪਰ ਉਹਨਾਂ ਨੂੰ ਕਰਮਾਂ ਦੀ ਕੋਈ ਸੋਝੀ ਨਹੀਂ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਆਤਮਾ ਨੂੰ ਝੰਜੋੜ ਕੇ ਉਹਨਾਂ ਦੇ ਕਰਮ ਦਾ ਨਿਰੀਖਣ ਕੀਤਾ ਤੇ ਜਦੋਂ ਕਰਮ ਦਰਸਾਇਆ ਤੇ ਉਹਨਾਂ ਲੋਕਾਂ ਦੇ ਕਰਮ ਬਦਲੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਡਿੱਗ ਕੇ ਕਹਿੰਦੇ ਨੇ ਧੰਨ ਬਾਬਾ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਜਿਵੇਂ ਮਿਰਜ਼ਾ ਗੁਲਾਮ ਅਹਿਮਦ ਕਾਦੀਆ ਲਿਖਦਾ, ਕਹਿੰਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਚਾਰੀਆਂ 4 ਉਦਾਸੀਆਂ ਦੇ ਤਹਿਤ ਗੁਰੂ ਨਾਨਕ ਪਾਤਸ਼ਾਹ ਦੁਨੀਆ ਦੇ 30 ਮੁਲਕਾਂ ਦੇ ਵਿੱਚ ਜਾ ਕੇ ਸੱਚ ਦਾ ਪ੍ਰਚਾਰ ਕੀਤਾ। ਤਕਰੀਬਨ 3 ਕਰੋੜ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਧਾਰਨ ਕੀਤਾ ਤੇ 40,000 ਦੇ ਕਿਲੋਮੀਟਰ ਦੇ ਕਰੀਬ ਜਿਹੜਾ ਸਫ਼ਰ ਹੈ ਉਹ ਪੈਦਲ ਤੈਅ ਕੀਤਾ ਹੈ। ਤਕਰੀਬਨ 3 ਕਰੋੜ ਲੋਕ ਜੋ ਸਤਿਗੁਰੂ ਪਾਤਸ਼ਾਹ ਚੀਨ ਦੇ ਵਿੱਚ, ਤਿੱਬਤ ਦੇ ਵਿੱਚ, ਅਫਗਾਨ ਦੇ ਵਿੱਚ, ਈਰਾਨ 'ਚ, ਇਰਾਕ 'ਚ ਤੇ ਸ਼੍ਰੀਲੰਕਾ, ਢਾਕਾ, ਜਿੱਥੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਗਏ ਨੇ ਉੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਸਿੱਖਿਆ ਨੂੰ ਪ੍ਰਵਾਨ ਕਰਦਿਆਂ ਹੋਇਆਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਬਣ ਗਏ ਨੇ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਬਾਅਦ ਦੂਸਰੇ ਪਾਤਸ਼ਾਹ ਦੀ ਜਿਹੜੇ ਹੈ
ਉਹਨਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਤੇ ਗੁਰਮੁਖ ਪਿਆਰਿਓ ਤੇ ਜਿਹੜੀ ਹੈ ਪੱਟੀ ਦੀ ਜਿਹੜੀ ਹੈ ਬਾਣੀ ਜਿਹੜੀ ਸੀ ਉਹਨਾਂ ਨੂੰ ਲਾਗੂ ਕਰਦਿਆਂ ਹੋਇਆਂ ਬੱਚਿਆਂ ਨੂੰ ਇਕੱਤਰ ਕਰਨਾ, ਗੁਰਮਤਿ ਦੀ ਸਿੱਖਿਆ ਦੇਣੀ। ਸਤਿਗੁਰੂ ਪਾਤਸ਼ਾਹ ਜੀ ਨੇ ਮੱਲ ਅਖਾੜੇ ਜਿਹੜੇ ਸਨ ਕਿ ਜਿਹੜੇ ਧਰਮ ਦੀ ਜਿਹੜੀ ਹੈ ਸਮਿਰਧੀ ਦੇ ਲਈ ਕੱਲਾ ਕੇਵਲ ਇੱਕ ਅੰਦਰੂਨੀ ਤੌਰ ਤੇ ਪਾਖੀ ਨਾ ਹੋਵੇ, ਬਾਹਰੀ ਤੌਰ ਦਾ ਸਰੀਰਕ ਤੌਰ ਤੇ ਵੀ ਮਜ਼ਬੂਤੀ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਮੱਲ ਅਖਾੜਿਆਂ ਦੀ ਸਥਾਪਨਾ ਕੀਤੀ ਹੈ ਕਿ ਇਸ ਮਖਲ ਅਖਾੜਿਆਂ ਦੇ ਵਿੱਚ ਅਕਸਰ ਜਿਹੜੇ ਨੌਜਵਾਨ ਆ ਕੇ ਕੁਸ਼ਤੀਆਂ ਕਰਦੇ ਸਨ, ਸਰੀਰਕ ਕਸਰਤਾਂ ਕਰਦੇ ਸਨ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੇਖੋ ਲਾ ਮਿਸਾਲ ਕੱਢਾ ਇਹ ਗੁਰੂ ਨਾਨਕ ਦੇ ਘਰ ਦਾ ਜਿਹੜਾ ਪੱਖ ਸੀ ਕਿ ਅੰਦਰੂਨੀ ਤੌਰ ਤੇ ਵੀ ਮਜ਼ਬੂਤ ਕਰਨਾ ਹੈ ਤੇ ਬਾਹਰੀ ਤੌਰ ਤੇ ਵੀ ਮਜ਼ਬੂਤ ਕਰਨਾ ਹੈ। ਦੂਸਰੇ ਪਾਤਸ਼ਾਹ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਕਾਰਜ ਆਰੰਭ ਕੀਤੇ। ਛੋਟੇ ਛੋਟੇ ਬੱਚਿਆਂ ਨੂੰ, ਸੰਗਤਾਂ ਨੂੰ ਇਕੱਤਰ ਕਰ ਲੈਣਾ ਤੇ ਉਹਨਾਂ ਦੇ ਵਿੱਚ ਜਿਹੜੀ ਇਹ ਗੁਰਮੁਖੀ ਦੀ ਜਿਹੜੀ ਵਿਦਿਆ ਨੂੰ ਗੁਰਮੁਖ ਪਿਆਰੇ ਹੁਣ ਪ੍ਰਚਲਿਤ ਕੀਤਾ ਹੈ ਤੇ ਨਾਲ ਹੀ ਨੌਜਵਾਨਾਂ ਨੂੰ ਕਸਰਤ ਸਿੱਖਿਆ ਦੇ ਲਈ, ਸਰੀਰਕ ਮਜ਼ਬੂਤੀ ਦੇ ਲਈ ਮੱਲ ਅਖਾੜੇ ਜਿਹੜੇ ਹੈ ਉਹ ਆਰੰਭ ਕੀਤੇ ਨੇ। ਉਸ ਤੋਂ ਬਾਅਦ ਤੀਸਰੇ ਪਾਤਸ਼ਾਹ ਜੀ ਦਾ ਸਮਾਂ ਆਇਆ। ਤੀਸਰੇ ਪਾਤਸ਼ਾਹ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਤੇ ਜਿਹੜੀਆਂ ਸੀ ਉਸ ਵਕਤ ਦੇ ਸਮਾਜ ਦੇ ਵਿੱਚ ਭੈੜੀ ਜਿਹੜੀ ਕੁਰੀਤੀ ਸੀ, ਜਾਤ ਪਾਤ ਦੀ ਵਿਰੋਧਤਾ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਸੰਗਤ ਤੇ ਪੰਗਤ ਦੀ ਜਿਹੜੀ ਮਹਿਮਤਾ ਜਿਹੜੀ ਹੈ ਲਾਗੂ ਕੀਤੀ ਹੈ ਕਿ ਜਦੋਂ ਵੀ ਗੁਰੂ ਦੇ ਘਰ ਦੇ ਵਿੱਚ ਆਉਣਾ, ਸਭ ਤੋਂ ਪਹਿਲਾਂ ਤੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਸਾਰੇ ਬਰਾਬਰ ਦੇ ਵਿੱਚ ਬੈਠ ਕੇ ਤੇ ਗੁਰੂ ਦੇ ਹਜ਼ੂਰੀ ਦੇ ਵਿੱਚ, ਗੁਰੂ ਘਰ ਦੇ ਵਿੱਚ ਆ ਕੇ ਜਿਹੜੇ ਉਹ ਪ੍ਰਸ਼ਾਦਾ ਛਕਿਆ ਕਰਨਗੇ ਇੱਕੋ ਹੀ ਲਾਈਨ ਦੇ ਵਿੱਚ। ਤੇ ਜਦੋਂ ਸਾਰੇ ਇੱਕੋ ਹੀ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਸਨ, ਜਿਨ੍ਹਾਂ ਦੇ ਵਿੱਚ ਕਦੇ ਹੀਣ ਭਾਵਨਾ ਸੀ, ਜਿਨ੍ਹਾਂ ਦੇ ਵਿੱਚ ਕਦੇ ਭਾਵਨਾ ਸੀ ਕਿ ਅਸੀਂ ਅਮੀਰ ਹਾਂ, ਜਿਨ੍ਹਾਂ 'ਚ ਕਦੇ ਭਾਵਨਾ ਸੀ ਕਿ ਅਸੀਂ ਗਰੀਬ ਹਾਂ ਤੇ ਅਸੀਂ ਮਾੜੇ ਹਾਂ, ਅਸੀਂ ਸ਼ੂਦਰ ਹਾਂ, ਤੇ ਉਹਨਾਂ ਦੀਆਂ ਹੀਣ ਭਾਵਨਾ ਨੂੰ ਖਤਮ ਕਰਨ ਦਾ ਇੱਕ ਬਹੁਤ ਵੱਡੀ ਇੱਕ ਜੁਗਤ, ਇੱਕ ਵਸੀਲਾ ਬਣਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਇਹ ਪ੍ਰਚਾਰਿਆ ਹੋਇਆ ਨੁਕਤਾ। ਤੇ ਉਸ ਵਕਤ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖੀ ਦੇ ਪ੍ਰਚਾਰ ਦੇ ਪ੍ਰਸਾਰ ਦੇ ਲਈ ਹੋਰ ਕਾਰਜ ਆਰੰਭ ਕੀਤੇ ਤੇ ਜਿਹੜੀਆਂ 22 ਮੰਜੀਆਂ ਤੇ 52 ਪੀੜੇ ਜਿਹੜੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਸੈਂਟਰ ਲਈ ਜਿਹੜੇ ਇਹ ਸਥਾਪਿਤ ਕੀਤੇ ਸਨ ਕਿ ਦੂਰ ਦਰਾਡੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਤੇ ਪ੍ਰਸਾਰ ਕਰਨਾ, ਤੇ ਇਹਨਾਂ ਦੀ ਜ਼ਿੰਮੇਵਾਰੀ ਲਗਾ ਦਿੱਤੀ ਸੀ, ਜਿਸ ਕਰਕੇ ਗੁਰੂ ਨਾਨਕ ਦੀ ਸਿੱਖੀ ਹੋਰ ਪ੍ਰਫੁੱਲਤ ਹੋਈ। ਤੇ ਬੌਲੀਆਂ ਲਗਾਏ, ਖੂਹ ਲਗਵਾਏ, ਤੇ ਜਿਹੜੀ ਪਾਣੀ ਦੀ ਕਿੱਲਤ ਨੂੰ ਦੂਰ ਕਰਨਾ ਸੀ ਤੇ ਸਭ ਤੋਂ ਵੱਡਾ ਮੇਨ ਉਦੇਸ਼ ਸੀ ਕਿ ਜਿਹੜੀ ਆਪਸੀ ਈਰਖਾ ਤੇ ਦਵੈਸ਼ ਸੀ ਉਹ ਖਤਮ ਹੋਈ ਜਾ ਰਹੀ ਸੀ ਤੇ ਗੁਰੂ ਨਾਨਕ ਦੇ ਘਰ ਦੇ ਨਾਲ ਪਿਆਰ ਦਿਨੋਂ ਦਿਨ ਸੰਗਤਾਂ ਦੇ ਵਿੱਚ ਵੱਧਦਾ ਜਾ ਰਿਹਾ ਸੀ। ਚੌਥੇ ਪਾਤਸ਼ਾਹ ਜੀ ਦਾ ਸਮਾਂ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸਮਾਂ ਆਇਆ ਤੇ ਇਸ ਹਰਮੰਦਰ ਸਾਹਿਬ ਤੇ ਗੁਰਮੁਖ ਪਿਆਰਿਓ ਹੁਣ ਜਿਹੜੀ ਇਹ ਕਾਰ ਸੇਵਾ ਚੱਲਦੀ ਪਈ ਸੀ, ਦੂਰ ਦਰਾਡੇ ਦੇ ਆ ਕੇ ਸਿੱਖਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਨੇ। ਜਦੋਂ ਪੰਜਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਹਯਾਤੀ ਸਮੇਂ ਦੇ ਅੰਦਰ ਤੇ ਇਸੇ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਤੇ ਗੁਰਮੁਖ ਪਿਆਰਿਓ ਇੱਥੇ ਹੁਣ ਪਹਿਲਾ ਪ੍ਰਕਾਸ਼ ਕੀਤਾ ਹੈ। ਬਾਬਾ ਬੁੱਢਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਉਸ ਵਕਤ ਪਹਿਲਾ ਪ੍ਰਕਾਸ਼ ਆਦਿ ਗ੍ਰੰਥੇ ਪਹਿਲੇ ਗ੍ਰੰਥੀ ਥਾਪਿਆ ਹੈ ਤੇ ਇਸ ਦਰਬਾਰ ਸਾਹਿਬ ਦੇ ਵਿੱਚ ਹੁਣ ਜਿਹੜੀ ਹੈ ਬਹਾਲਤਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਹੋਰ ਦਿਨੋਂ ਦਿਨ ਰੌਣਕਾਂ ਵੱਧ ਗਈਆਂ। ਇਸੇ ਅਸਥਾਨ ਦੇ ਉੱਤੇ ਹੁਣ ਗੁਰਮੁਖ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਦੇ ਨਾਲ ਰੌਣਕਾਂ ਜਿਵੇਂ ਹੀ ਵੱਧਦੀਆਂ ਨੇ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਕਿਤੇ ਦੂਰ ਦਰਾਡੇ ਦੀਆਂ ਸਿੱਖ ਸੰਗਤਾਂ ਵੀ ਇੱਥੇ ਆ ਕੇ ਨਕਮਸਤਕ ਹੁੰਦੀਆਂ ਨੇ, ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਦੀਆਂ ਹੋਈਆਂ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਪਈਆਂ ਨੇ। ਜਿਸ ਵਕਤ ਹੁਣ ਜਿਹੜੀ ਹੈ ਸਾਰੀ ਕਦੇ ਪਰਿਵਾਰਿਕ ਈਰਖਾ, ਕਦੇ ਸਮਾਜ ਦੀ ਈਰਖਾ, ਜਿਹੜੇ ਗੁਰੂ ਨਾਨਕ ਦੇ ਘਰ ਦੇ ਦੋਖੀ ਸਨ, ਜਿਹੜੇ ਕਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਰਿਵਾਰ ਦੇ ਭਰਾਵਾਂ ਨੇ ਕਦੇ ਉਹਨਾਂ ਦੀ ਈਰਖਾ, ਕਦੇ ਉਹਨਾਂ ਨੇ ਅਹਿਲਕਾਰਾਂ ਤੱਕ ਕਰਿੰਦਿਆਂ ਤੱਕ ਪਹੁੰਚ ਕਰਕੇ ਕਦੇ ਗੁਰਤਾ ਗੱਦੀ ਦੇ ਹੱਕਦਾਰ ਅਸੀਂ ਸਾਂ ਪ੍ਰਿਥੀ ਚੰਦ ਵਰਗਿਆਂ ਨੇ ਤੇ ਉੱਥੇ ਜਿਹੜੀਆਂ ਚੁਗਲੀਆਂ ਲਗਾਈਆਂ ਤੇ ਜਿਹੜੇ ਹੈ ਉਸ ਵਕਤ ਦਾ ਜਿਹੜਾ ਜਹਾਂਗੀਰ ਸੀ ਤੇ ਉਹਦੇ ਤੱਕ ਪਹੁੰਚ ਕਰਕੇ ਹੋਰ ਵੀ ਜਿਵੇਂ ਅਨੇਕਾਂ ਕਾਰਨ ਸਨ, ਉਹਨਾਂ ਕਾਰਨਾਂ ਤੇ ਤਹਿਤ ਜਦੋਂ ਫਤਵਾ ਜਾਰੀ ਹੋਇਆ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤਤੀਆਂ ਤਵੀਆਂ ਤੇ ਬੈਠ ਕੇ ਸ਼ਹੀਦ ਕਰਨ ਦਾ, ਸਤਿਗੁਰੂ ਪਾਤਸ਼ਾਹ ਜੀ ਨੇ ਤੇ ਗੁਰਮੁਖ ਪਿਆਰਿਓ ਤਤੀਆਂ ਤਵੀਆਂ ਤੇ ਬੈਠ ਕੇ
ਤੇ ਉਸ ਵਕਤ ਸ਼ਹਾਦਤ ਪ੍ਰਾਪਤ ਕਰ ਲਈ, ਪਰ ਕਿਸੇ ਦੇ ਅੱਗੇ ਝੁਕੇ ਨਹੀਂ ਤੇ ਕਿਸੇ ਦੇ ਅੱਗੇ ਜਿਹੜਾ ਹੈ ਉਹ ਟੇਕਣਾ ਨਹੀਂ ਕੀਤੀ, ਪਰ ਜਿਹੜੀ ਮਾਲਕ ਦੇ ਹੁਕਮ ਨੂੰ ਮਨਾਉਂਦਿਆਂ ਹੋਇਆਂ ਉਹਦੀ ਰਜ਼ਾ ਦੇ ਵਿੱਚ ਸੱਚ ਦੀ ਖਾਤਰ ਸ਼ਹਾਦਤ ਦੇ ਦਿੱਤੀ, ਮਰਨਾ ਪ੍ਰਵਾਨ ਕਰ ਲਿਆ, ਪਰ ਕਿਸੇ ਦੇ ਅੱਗੇ ਝੁਕੇ ਨਹੀਂ। ਉਸ ਤੋਂ ਬਾਅਦ ਦਾ ਸਿਲਸਿਲਾ ਇੱਥੋਂ ਤੱਕ ਗੱਲ ਜਿਹੜੀ ਹੈ ਉਹ ਭਗਤੀ ਦੀ ਰਹੀ ਹੈ। ਤੇ ਜਿਸ ਵਕਤ ਛੇਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ ਤੇ ਉਸ ਵਕਤ ਹਿੰਦੁਸਤਾਨ ਦੇ ਅੱਧ ਤੋਂ ਵੱਧ ਲੋਕ ਗੁਰੂ ਨਾਨਕ ਦੇ ਘਰ ਨੂੰ ਜਾਣ ਚੁੱਕੇ ਸਨ, ਗੁਰੂ ਨਾਨਕ ਦੀਆਂ ਰਹੁ ਰੀਤੀਆਂ ਨੂੰ ਜਾਣ ਚੁੱਕੇ ਸਨ। ਤੇ ਇੱਥੇ ਹੁਣ ਛੇਵੇਂ ਪਾਤਸ਼ਾਹ ਜੀ ਨੇ ਨਾ ਹੁਣ ਦੋ ਕਿਰਪਾਨਾਂ ਪੈਣੀਆਂ, ਮੀਰੀ ਤੇ ਪੀਰੀ ਦੀ। ਇੱਥੇ ਇੱਕ ਪੱਖ ਅਰਜ ਕਰਨਾ ਚਾਹਾਂਗਾ। ਗੁਰਮੁਖ ਪਿਆਰਿਓ, ਵੇਖੋ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਹੈ, ਕਿੱਡੀ ਵੱਡੀ ਸਿਆਣਪ ਵਰਤੀ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ, ਕਿੱਡੀ ਵੱਡੀ ਸਿਆਣਪ ਤੇ ਕਿੱਡਾ ਵੱਡਾ, ਜਦੋਂ ਸਿੱਖਾਂ ਦੇ ਵਿੱਚ ਐਡਾ ਵੱਡਾ ਰੋਹ ਜਾਗਿਆ, ਰੋਹ ਪੈਦਾ ਹੋ ਗਿਆ, ਗੁੱਸਾ ਪੈਦਾ ਹੋ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਤੇ ਸਿੱਖਾਂ ਦੇ ਗੁੱਸੇ ਨੂੰ ਕਿੰਨੀ ਸਿਆਣਪ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਨਵਰਟ ਕੀਤਾ ਹੈ। ਨਹੀਂ ਤਾਂ ਜੇ ਕਿਤੇ ਉਸ ਵਕਤ ਸਿਆਣਪ ਨਾ ਵਰਤਦੇ, ਦੂਰ ਅੰਦੇਸ਼ੀ, ਹੋ ਸਕਦਾ ਇਹਦੇ ਸਿੱਟੇ ਨਤੀਜੇ ਕੁਝ ਹੋਰ ਹੋਣੇ ਸਨ। ਪਰ ਵੇਖੋ ਕਿੱਡੀ ਲਾਮਿਸਾਲਤਾ ਇਸ ਗੱਲ ਦੀ ਉਦਾਹਰਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਨੇ ਤੇ ਛੇਵੀਂ ਜੋਤ ਨੇ ਕਿੱਡੀ ਵੱਡੀ ਸਿਆਣਪ ਦੇ ਨਾਲ ਇਸ ਗੁੱਸੇ ਦੇ ਰੁੱਖ ਨੂੰ ਜਿਹੜਾ ਬਦਲਾਵ ਕੀਤਾ ਹੈ। ਨਹੀਂ ਤਾਂ ਜੇ ਉਸ ਵਕਤ, ਕਿਉਂਕਿ ਦੋ ਪੱਖ ਸਾਹਮਣੇ ਆਉਣੇ ਸਨ, ਜਿਸ ਤਰ੍ਹਾਂ ਸ਼ਹਾਦਤ ਹੋਈ ਸੀ, ਕਿਉਂਕਿ ਜਹਾਂਗੀਰ ਦਾ ਮਨਸੂਬਾ ਤਾਂ ਇਹੀ ਸੀ ਨਾ ਕਿ ਇਸ ਤਰ੍ਹਾਂ ਸ਼ਹੀਦ ਕਰੋ, ਇਸ ਤਰ੍ਹਾਂ ਦੇ ਦੁੱਖ ਤਸੀਹੇ ਦਿਓ ਕਿ ਜਿਸ ਨੂੰ ਦੇਖ ਕੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਕੁ ਡਰ ਪੈਦਾ ਹੋ ਜਾਏ ਤੇ ਮੁਗਲ ਸਲਤਨਤ ਦੇ ਸਾਹਮਣੇ ਕੋਈ ਅੜ ਨਾ ਸਕੇ, ਕੋਈ ਖੜ ਨਾ ਸਕੇ। ਤੇ ਜਿਹਨੂੰ ਦੇਖ ਕੇ ਜਿਹੜੇ ਕਿਤੇ ਬਾਗੀ ਨੇ ਮੁਗਲ ਸਲਤਨਤ ਦੇ, ਉਹਨਾਂ ਦੇ ਅੰਦਰ ਵੀ ਇੰਨਾ ਡਰ ਤੇ ਉਹ ਥਰ ਥਰ ਕੰਬਣ ਲੱਗ ਜਾਣ ਕਿ ਮੁਗਲ ਸਲਤਨਤ ਇੰਨੀ ਕੁ ਕਤੇ ਜਿਹੜੀ ਹੈ ਆਪਣੇ ਹਿਰਦੇ ਦੇ ਵਿੱਚ ਇੰਨੀ ਪਾਬੰਦ ਹੈ, ਇੰਨੀ ਕੁ ਕਦੇ ਜ਼ੁਲਮੀ ਹੈ, ਇੰਨੀ ਕੁ ਕਤੇ ਆਪਣੇ ਧਰਮ ਦੇ ਪ੍ਰਤੀ, ਆਪਣੇ ਧਰਮ ਤੇ ਪ੍ਰਸਾਰ ਦੇ ਲਈ ਮੁਗਲ ਸਲਤਨਤ ਬੜੀ ਕਹਿਰੀ ਹੈ। ਇਹਦਾ ਜਿਹੜਾ ਕਹਿਰ ਕਤੇ ਮਨੁੱਖ ਦੇ ਹਿਰਦੇ ਦੇ ਵਿੱਚ ਛਾਇਆ ਤੇ ਅੰਦਰੂਨੀ ਤੱਕ ਜਿਹੜਾ ਹੈ ਉਹਦੀ ਡਰ ਜਿਹਨ ਦੇ ਵਿੱਚ ਇੰਨਾ ਕੁ ਆ ਜਾਏ। ਤੇ ਸ਼ਹਾਦਤ ਤੋਂ ਬਾਅਦ ਤੇ ਵੇਖਿਆ ਸਤਿਗੁਰੂ ਪਾਤਸ਼ਾਹ ਜੀ ਨੇ ਕਿ ਜੇ ਕਿਤੇ ਇਸ ਰੋਸ ਜਿਹੜਾ ਸਿੱਖਾਂ ਦੇ ਵਿੱਚ ਹੈ ਇਹਦੀ ਕਿਤੇ ਦਿਸ਼ਾ ਨਾ ਬਦਲੀ ਗਈ ਤੇ ਜਾਂ ਤਾਂ ਇੱਕ ਪੱਖ ਇਹ ਸਾਹਮਣੇ ਆਏਗਾ ਕਿ ਜੇ ਗੁਰੂ ਪਾਤਸ਼ਾਹ ਜੀ ਮੁਗਲ ਸਲਤਨਤ ਦੇ ਆਡਾ ਲੈਂਦਿਆਂ ਹੋਇਆਂ ਵੀ ਜੇ ਮੁਗਲ ਸਲਤਨਤ ਦਾ ਕੁਝ ਵਿਗਾੜ ਨਾ ਸਕੇ ਤੇ ਫਿਰ ਜੇ ਗੁਰੂ ਨਹੀਂ ਕੁਝ ਕਰ ਸਕਿਆ ਤੇ ਫਿਰ ਸਿੱਖ ਅਸੀਂ ਕੀ ਕਰ ਪਾਵਾਂਗੇ। ਤੇ ਸਿੱਖਾਂ ਨੇ ਕਮਜ਼ੋਰ ਹੋ ਜਾਣਾ। ਸਿੱਖਾਂ ਨੇ ਫਿਰ ਇਹੀ ਜਿਹੜਾ ਕਿਤੇ ਗੁਰੂ ਨਾਨਕ ਦੇ ਘਰ ਦੀ ਖੁਸ਼ਬੂ ਕਿਤੇ ਦੂਰ ਦਰਾਡਿਆਂ ਤੱਕ ਪਹੁੰਚੀ ਹੋਈ, ਗੁਰੂ ਨਾਨਕ ਦਾ ਘਰ ਐਡਾ ਕਿਤੇ ਪ੍ਰਫੁੱਲਤ ਹੋਇਆ ਤੇ ਸਿੱਖ ਜਿਹੜੇ ਹੈ ਉਹ ਫਿਰ ਘਰਾਂ ਦੇ ਵਿੱਚ ਬੈਠ ਜਾਣਗੇ, ਗੁਰੂ ਨਾਨਕ ਦੀ ਗੱਲ ਕਰਨ ਵਾਲਾ ਕੋਈ ਨਹੀਂ ਜੇ ਹੋਏਗਾ। ਤੇ ਦੂਸਰਾ ਪੱਖ ਸੀ, ਜੇ ਕਿਤੇ ਸਿੱਖਾਂ ਦਾ ਗੁੱਸਾ ਕਿਤੇ ਜ਼ਿਆਦਾ ਰੋਹ ਦੇ ਵਿੱਚ ਆ ਗਿਆ ਤੇ ਰੋਹ ਦੇ ਵਿੱਚ ਆਉਂਦਿਆਂ ਹੋਇਆਂ ਕਿਤੇ ਅਣਸੁਖਾਵੀ ਘਟਨਾ ਨਾ ਵਾਪਰ ਜਾਏ ਤੇ ਜਿਸ ਕਰਕੇ ਮੁਗਲ ਸਲਤਨਤ ਨੂੰ ਮੌਕਾ ਮਿਲ ਜਾਏ ਤੇ ਉਸ ਵਕਤ ਮਨੁੱਖਤਾ ਦਾ ਘਾਣ ਕਰਨ ਦਾ, ਕਤਲੇਆਮ ਕਰਨ ਦਾ ਕਿਤੇ ਮੌਕਾ ਨਾ ਮਿਲ ਜਾਏ ਤੇ ਜਿਹੜੀ ਕਿਤੇ ਦਿਸ਼ਾ ਕਿਤੇ ਹੋਰ ਹੀ ਬਣ ਜਾਏ। ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਘਿਆਰ ਦੇ ਨਿਆਰੇਪਣ ਨੂੰ ਸੰਭਾਲਦਿਆਂ ਹੋਇਆਂ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਨੇ ਉਸ ਵਕਤ ਇਸ ਰੋਹ ਨੂੰ ਕਨਵਰਟ ਕੀਤਾ ਹੈ। ਅੱਗੇ ਵੀ ਸਿੱਖ ਆਉਂਦੇ ਸਨ ਤੇ ਸਿੱਖਾਂ ਨੂੰ ਹੁਕਮ ਕੀਤਾ, ਸਿੱਖੋ, ਦੂਰ ਦਰਾਡੇ ਸਿੱਖਾਂ ਤੱਕ ਸੁਨੇਹੇ ਪਹੁੰਚਾਏ ਗਏ। ਤੁਸੀਂ ਆਉਂਦੇ ਸੋ ਗੁਰੂ ਨਾਨਕ ਦੇ ਘਰ ਦੇ ਵਿੱਚ, ਕੀਮਤੀ ਭਟਾਵਾਂ ਲੈ ਕੇ ਆਉਂਦੇ ਸਨ, ਦਰਸ਼ਨ ਕਰਨ ਲਈ ਗੁਰੂ ਨਾਨਕ ਦੇ ਘਰ ਦੇ ਵਿੱਚ ਆਉਂਦੇ ਸੋ। ਸਿੱਖੋ, ਅੱਜ ਵੀ ਤੁਸੀਂ ਆਓ, ਪਰ ਚੇਤੇ ਰੱਖੋ ਜਦੋਂ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਹੁਣ ਤੁਸੀਂ ਆਉਣਾ ਹੈ, ਉਹ ਕੀਮਤੀ ਭਟਾਵਾਂ ਦੇ ਨਾਲ ਨਾਲ ਜਿਹੜੀਆਂ ਕਿਤੇ ਸੰਗਤਾਂ ਦੇ ਸਕਣ ਛਕਾਣ ਦੇ ਲਈ ਪਦਾਰਥ ਲੈ ਕੇ ਆਉਂਦੇ ਸੋ, ਕੀਮਤੀ ਭਟਾਵਾਂ ਲੈ ਕੇ ਆਉਂਦੇ ਸੋ, ਅੱਜ ਤੋਂ ਬਾਅਦ ਤੁਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਜਦੋਂ ਵੀ ਆਉਣਾ ਹੈ ਤੇ ਤੁਸੀਂ ਜਿਹੜੇ ਹੈ ਉੱਤ ਨਸਲ ਦੇ, ਵਧੀਆ ਨਸਲ ਦੇ ਘੋੜੇ ਲੈ ਕੇ ਆਉਣਾ ਹੈ, ਤਨ ਦੇ ਉੱਤੇ ਸ਼ਸਤਰ ਸਜਾ ਕੇ ਆਉਣਾ ਹੈ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਭਟਾਵਾਂ ਲੈ ਕੇ ਆਉਣਾ ਹੈ। ਉਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਛੇਵੀਂ ਜੋਤ ਨੇ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਨੇ ਤੇ ਦੋ ਕਿਰਪਾਨਾਂ ਪਹਿਨੀਆਂ ਨੇ, ਮੀਰੀ ਦੀ ਤੇ ਪੀਰੀ ਦੀ। ਤੇ ਜਦੋਂ ਉੱਚਾ ਦਮਾਲਾ ਸਜਾਇਆ
ਤੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸੀ ਤੇ ਅਕਾਲ ਤਖਤ ਸਾਹਿਬ ਤੇ ਆ ਕੇ ਬਿਰਾਜਮਾਨ ਹੋਏ। 2 ਕਿਰਪਾਨਾਂ ਪੈਣੀਆਂ ਤੇ ਸਿੱਖਾਂ ਨੇ ਉਸ ਵਕਤ ਬੜਾ ਸ਼ੰਕਾ ਜਤਾਇਆ। ਸਿੱਖਾਂ ਨੇ ਬੜਾ ਭਰਮ ਜਾਗਿਆ। ਸਿੱਖ ਕਹਿਣ ਲੱਗੇ ਭਾਈ ਗੁਰਦਾਸ ਜੀ ਨੂੰ, ਕਹਿਣ ਲੱਗੇ ਭਾਈ ਸਾਹਿਬ ਜੀ, ਅੱਜ ਗੁਰੂ ਦਾ ਬੜਾ ਅਜਬ ਨਿਰਾਲਾ ਰੂਪ ਵੇਖਦੇ ਪਏ ਆ। ਇਹ ਗੁਰੂ ਨਾਨਕ ਦਾ ਘਰ ਤਾਂ ਭਗਤੀ ਦੀ ਗੱਲ ਕਰਨ ਵਾਲਾ ਸੀ, ਇਹ ਗੁਰੂ ਨਾਨਕ ਦਾ ਘਰ ਤਾਂ ਨਾਮ ਜਪਣ ਵਾਲਾ ਸੀ, ਪਰ ਅੱਜ ਕਿਹੜਾ ਵਰਤਾਂਤ ਵਾਪਰ ਗਿਆ ਕਿ ਅੱਜ ਗੁਰੂ ਦਾ ਅਜਬ ਰੂਪ ਦੇਖਦੇ ਪਏ ਆ। ਗੁਰੂ ਦੇ ਅਜਬ ਰੂਪ ਕਿ ਉੱਚਾ ਦਮਾਲਾ ਤੇ ਤਖਤ ਤੇ ਵਿਰਾਜਮਾਨ ਹੋ ਕੇ ਸ਼ਹਿਨਸ਼ਾਹਾਂ ਦੀ ਤਰ੍ਹਾਂ, ਬਾਦਸ਼ਾਹਾਂ ਦੀ ਤਰ੍ਹਾਂ ਅੱਜ ਤਖਤ ਲਗਾ ਕੇ ਤੇ ਤਖਤ ਤੇ ਵਿਰਾਜਮਾਨ ਬੈਠਾ ਹੈ। ਤੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੁਸਾਂ 2 ਕਿਰਪਾਨਾਂ ਗੁਰੂ ਪਾਤਸ਼ਾਹ ਜੀ ਨੂੰ ਪਹਿਣੀਆਂ ਨੇ ਤੇ ਇਹ ਮੀਰੀ ਦੀ ਤੇ ਪੀਰੀ ਦੀ। ਤੇ ਅਸਲ ਦੇ ਵਿੱਚ ਇਹ ਕੀ ਹੈ, ਗੁਰੂ ਨਾਨਕ ਦਾ ਘਰ ਭਗਤੀ ਦੀ ਗੱਲ ਕਰਦਿਆਂ ਅੱਜ ਕਿਹੜੇ ਰਾਹ ਤੇ ਸ਼ਕਤੀ ਦੀ ਗੱਲ ਕਰਨ ਲੱਗ ਗਿਆ। ਭਾਈ ਗੁਰਦਾਸ ਜੀ ਨੇ ਫਿਰ ਉੱਥੇ ਸਿੱਖਾਂ ਦੇ ਫਿਰ ਸ਼ੰਕੇ ਤੇ ਭਰਮ ਨਿਵਰਤ ਕੀਤੇ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਿੱਖੋ, ਉਹ ਕਈ ਵਾਰੀ ਜ਼ਿੰਦਗੀ ਦੇ ਵਿੱਚ ਸਮਾਂ ਐਸਾ ਬਣ ਜਾਂਦਾ ਹੈ ਜਦੋਂ ਗੱਲ ਕੇਵਲ ਫਿਰ ਨਰਮੀ ਦੀ ਨਹੀਂ ਤੇ ਫਿਰ ਸ਼ਕਤੀ ਦੀ ਵੀ ਗੱਲ ਕਰਨੀ ਪੈਂਦੀ ਹੈ। ਭਾਈ ਗੁਰਦਾਸ ਜੀ ਨੇ ਫਿਰ ਉਦਾਹਰਨਾਂ ਦਿੱਤੀਆਂ ਨੇ ਤੇ ਉਦਾਹਰਨਾਂ ਤੇ ਭਾਈ ਗੁਰਦਾਸ ਜੀ ਨੇ 12 ਦੇ ਵਿੱਚ ਇਸ ਗੱਲ ਨੂੰ ਕਿਹਾ। ਕਹਿਣ ਲੱਗੇ, ਵੇਖੋ, ਜਦੋਂ ਨਾ ਕੋਈ ਪਿਆਸਾ ਹੋਵੇ, ਉਹਨੇ ਪਾਣੀ ਪੀਣਾ ਹੋਵੇ, ਅੱਤ ਦੀ ਲੱਗੀ ਹੋਵੇ ਪਿਆਸ, ਤੇ ਹੁਣ ਜਿਹੜਾ ਖੂਹ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਨਾ ਜਿਹੜਾ ਘੜਾ ਆ ਨਾ, ਘੜੇ ਦੇ ਗਲ ਦੇ ਵਿੱਚ ਫਿਰ ਰੱਸੀ ਬੰਨਣੀ ਹੀ ਪੈਂਦੀ ਹੈ, ਤਾਂ ਹੀ ਜਿਹੜਾ ਉਹ ਗਲ ਦੇ ਵਿੱਚ ਜਿਹੜਾ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਏਗਾ ਤੇ ਪਿਆਸ ਮਿਟਾਈ ਜਾਏਗੀ। ਕਹਿਣ ਲੱਗੇ, ਜੇ ਕਦੇ ਸੱਪ ਕੋਲੇ ਹੋਵੇ ਮਣੀ ਤੇ ਉਹਦੇ ਕੋਲੋਂ ਮਣੀ ਪ੍ਰਾਪਤ ਕਰਨੀ ਹੋਵੇ ਨਾ ਤੇ ਫਿਰ ਉਹਦੀ ਜਿਹੜੀ ਸਰੀ ਹੈ ਫਿਰ ਫੇਣੀ ਹੀ ਪੈਂਦੀ ਹੈ। ਜਿਵੇਂ ਹੋਵੇ ਨਾਰੀਅਲ ਤੇ ਨਾਰੀਅਲ ਦੇ ਵਿੱਚੋਂ ਜਿਹੜੀ ਅੱਤ ਦੀ ਮਿੱਠੀ ਜਿਹੜੀ ਹੈ ਗਿਰੀ ਪ੍ਰਾਪਤ ਕਰਨੀ ਹੋਵੇ ਨਾ, ਫਿਰ ਜਿਹੜਾ ਨਾਰੀਅਲ ਦਾ ਸਿਰ ਜਿਹੜਾ ਉਹ ਭੰਨਣਾ ਹੀ ਪੈਂਦਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਿੱਖੋ, ਚੇਤੇ ਰੱਖਿਓ, ਜਦੋਂ ਇਸ ਸੰਸਾਰ ਦੇ ਵਿੱਚ ਅੱਤ ਦਾ ਕਹਿਰ ਵੱਧ ਜਾਏ, ਅੱਤ ਦੀ ਮਾਨਵਤਾ ਨੂੰ ਕਰਾਉਣ ਦੇ ਵਸੀਲੇ ਹੋ ਜਾਣ, ਤੇ ਉਸ ਵਕਤ ਫਿਰ ਜਿਸ ਜ਼ਾਲਮ ਨੇ ਸਿਰ ਚੱਕ ਲਿਆ ਹੋਵੇ ਤੇ ਫਿਰ ਉਹਦਾ ਸਿਰ ਭੰਨਣ ਲਈ ਫਿਰ ਸ਼ਕਤੀ ਦੀ ਵਰਤੋਂ ਕਰਨੀ ਹੀ ਪੈਂਦੀ ਹੈ। ਤੇ ਦੋਏ ਪੱਖ ਨੇ, ਭਗਤੀ ਦੇ ਤੇ ਸ਼ਕਤੀ ਦੇ। ਹੋਰ ਉਦਾਹਰਨ ਦਿੱਤੀ। ਭਾਈ ਗੁਰਦਾਸ ਜੀ ਕਹਿਣ ਲੱਗੇ, ਵੇਖ, ਜਦੋਂ ਕੁਦਰਤ ਨੂੰ ਦੇਖ ਸਿੱਖਾ, ਕੁਦਰਤ ਦੇ ਵਿੱਚ ਮਾਲਕ ਨੇ ਅਜਿਹੇ ਵਸੀਲੇ ਪੈਦਾ ਕੀਤੇ ਨੇ ਤੇ ਪਤਾ ਲੱਗ ਜਾਏਗਾ ਕਿ ਭਗਤੀ ਦੇ ਨਾਲ ਨਾਲ ਫਿਰ ਸ਼ਕਤੀ ਵੀ ਹੋਣੀ ਚਾਹੀਦੀ ਹੈ। ਕਹਿਣ ਲੱਗੇ, ਵੇਖੋ, ਜਿਵੇਂ ਇੱਕ ਗੁਲਾਬ ਦਾ ਫੁੱਲ ਹੈ, ਬੜਾ ਸੋਹਣਾ ਹੈ, ਮਾਲਕ ਨੇ ਉਹਨੂੰ ਬੜਾ ਸੁਹੱਪਣ ਦਿੱਤਾ ਹੈ, ਮਾਲਕ ਨੇ ਉਹਨੂੰ ਬੜੀ ਸੁੰਦਰਤਾ, ਬੜੀ ਅੱਤ ਦੀ ਚੰਗੀ ਖੁਸ਼ਬੂ ਦਿੱਤੀ ਹੈ, ਖੁਸ਼ਬੂ ਨੂੰ ਬਖੇਰਦਾ ਹੈ ਤੇ ਬਾਗ ਜਿਹੜਾ ਹੈ ਉਹ ਅੱਤ ਦਾ ਖੁਸ਼ਬੂਦਾਰ ਬਣ ਜਾਂਦਾ ਹੈ ਉਹਦੇ ਸੁਹੱਪਣ ਕਰਕੇ। ਤੇ ਕਹਿਣ ਲੱਗੇ, ਵੇਖ, ਉਸ ਮਾਲਕ ਨੇ ਉਸ ਗੁਲਾਬ ਨੂੰ ਪੈਦਾ ਕਰਨ ਲੱਗਿਆ ਉਹਦੀਆਂ ਟਾਹਣੀਆਂ ਦੇ ਉੱਤੇ ਅੱਤ ਦੇ ਨੁਕੀਲੇ ਕੰਡੇ ਵੀ ਪੈਦਾ ਕੀਤੇ ਨੇ ਜਿਹੜੇ ਕਿਤੇ ਉਸ ਗੁਲਾਬ ਦੀ ਰੱਖਿਆ ਕਰਦੇ ਪਏ ਨੇ। ਇਸੇ ਤਰ੍ਹਾਂ ਪਰਮਾਤਮਾ ਨੇ ਇਸ ਮਨੁੱਖੀ ਜੀਵ ਨੂੰ ਪੈਦਾ ਕਰਨ ਲੱਗਿਆ ਇਹਦੇ ਹਿਰਦੇ ਦੇ ਵਿੱਚ ਭਗਤੀ ਦੇ ਭਾਵ ਪੈਦਾ ਕੀਤੇ ਨੇ ਤੇ ਜਿਹੜਾ ਕਿਤੇ ਪਰਮਾਤਮਾ ਨੂੰ ਪਾਉਣ ਦਾ ਵਸੀਲਾ ਹੈ। ਪਰ ਇਸ ਭਗਤੀ ਦੇ ਭਾਵਾਂ ਨੂੰ, ਇਸ ਭਗਤੀ ਦੇ ਖਿਆਲ ਨੂੰ ਤੇ ਜਿਹੜੀ ਉਹਦੀ ਰੱਖਿਆ ਦੇ ਕਰਨ ਦੇ ਲਈ ਮਾਲਕ ਨੇ ਇਸ ਹਿਰਦੇ ਦੇ ਵਿੱਚ ਫਿਰ ਸ਼ਕਤੀ ਦੇ ਗੁਣ ਵੀ ਪੈਦਾ ਕੀਤੇ ਨੇ। ਤੇ ਇਸ ਵਕਤ ਤੇ ਸ਼ਕਤੀ ਤੇ ਭਗਤੀ ਦੀ ਰੱਖਿਆ ਦੇ ਲਈ ਫਿਰ ਸ਼ਕਤੀ ਦੀ ਫਿਰ ਵਰਤੋਂ ਕਰਨੀ ਹੀ ਪੈਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਦੇ ਨਾਲ ਜਦੋਂ ਭਾਈ ਗੁਰਦਾਸ ਨੇ ਤੇ ਸਿੱਖਾਂ ਦੇ ਫਿਰ ਸੰਕੇ ਨਿਵਰਤ ਕੀਤੇ ਨੇ ਤੇ ਇਹੀ ਸਿੱਖਾਂ ਦਾ ਜਦੋਂ ਮਨੋਬਲ ਜਿਹੜਾ ਹੈ ਉਹ ਉੱਚਾ ਹੋਇਆ। ਜਿਹੜੇ ਲੋਕ ਕਹਿੰਦੇ ਸਨ ਕਿ ਭਾਈ ਗੁਰਦਾਸ ਜੀ ਅੱਜ ਗੁਰੂ ਨਾਨਕ ਦਾ ਘਰ ਕਿਹੜੀ ਗੱਲ, ਕਹਿੰਦੇ ਅੱਜ ਤੱਕ ਤਾਂ ਕੇਵਲ ਅਸੀਂ ਨਾਮ ਜਪਦੇ ਸਾਂ ਤੇ ਬਾਣੀ ਪੜ੍ਹਦੇ ਸਾਂ ਤੇ ਗੁਰੂ ਦੇ ਬਚਨਾਂ ਨੂੰ ਸਰਵਣ ਕਰਦੇ ਸਾਂ, ਕਹਿੰਦੇ ਅਸੀਂ ਕਿਤੇ ਲੜ ਪਾਵਾਂਗੇ। ਕਹਿੰਦੇ ਇਸ ਹਿੰਦੁਸਤਾਨ ਦਾ ਤਾਂ ਵਿਧਾਨ ਬਣ ਗਿਆ ਕਿ ਹਮ ਤੋਂ ਤੋਲਣ ਜਾਣੇ ਤਕੜੀ, ਨੰਗੀ ਕਰਦ ਕभी नहीं पकड़ी, चिड़ी उड़े से डर जाए, तुरकन से कैसे लड़ पाए। ਸਤਿਗੁਰੂ ਜੀ, ਤੁਸੀਂ ਸਾਨੂੰ ਮੁਗਲਾਂ ਦੇ ਨਾਲ ਕਿਤੇ ਲੜਾਉਣਾ ਚਾਹੁੰਦੇ ਹੋ ਜੰਗ ਦੇ ਮੈਦਾਨ ਦੇ ਵਿੱਚ, ਤੁਸੀਂ ਸਾਨੂੰ ਬਹਾਦਰ ਬਣਾਉਣਾ ਚਾਹੁੰਦੇ ਹੋ, ਉਹ ਸਾਡਾ ਤਾਂ ਜੀਵਨ ਬਣ ਗਿਆ। ਅਸੀਂ ਤਾਂ ਆਪਣੀ ਹੱਥ ਦੇ ਵਿੱਚ ਨੰਗੀ ਕਰਦ ਨਹੀਂ ਫੜ ਸਕਦੇ ਤੇ ਕਿਰਪਾਨ ਫੜਨਾ ਤਾਂ ਬੜੀ ਦੂਰ ਦੀ ਗੱਲ ਹੈ। ਆ ਜਦੋਂ ਚਿੜੀ ਉੱਡਦੀ ਹੈ ਨਾ, ਉਹਦੀ ਫਰਫਰਾਹਟ ਦੀ ਆਵਾਜ਼ ਦੇ ਨਾਲ ਡਰ ਜਾਂਦੇ ਆ ਤੇ ਮੁਗਲਾਂ ਦੇ ਨਾਲ ਕਿਵੇਂ ਲੜ ਪਾਵਾਂਗੇ। ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਇੱਥੇ ਇੱਕ ਵਸੀਲੇ ਕੀਤੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ
ਅਕਾਲ ਤਖਤ ਸਾਹਿਬ ਤੇ ਖੜ ਕੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਗੱਲ ਕਹੀ, ਐ ਮੇਰੇ ਸਿੱਖ ਸ਼ਰਧਾਲੂਓ, ਤੁਹਾਡੇ 'ਚ ਮੈਂ ਐਸਾ ਈਮਾਨ ਪੈਦਾ ਕਰਾਂਗਾ, ਹਿਮਾਲਾ ਪਰਬਤ ਨਾਲ ਮਾਪਣ ਕਦ ਜੋ ਆਪਣਾ, ਐਸੇ ਬਾਂਕੜੇ ਸੂਰਬੀਰ ਪੈਦਾ ਕਰਾਂਗਾ। ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਸੂਰਬੀਰਤਾ ਦੇ ਲਈ ਅੰਦਰ ਦੇ ਭਗਤੀ ਦੇ ਨਾਲ ਨਾਲ ਸ਼ਕਤੀ ਦੇ ਗੁਣਾਂ ਦੀ ਮਨੋਬਲ ਨੂੰ ਉੱਚਾ ਕਰਨ ਦੇ ਲਈ, ਜਿਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਗੁਰਮੁਖ ਪਿਆਰਿਓ 22 ਵਾਰਾਂ ਨੇ, 22 ਦੀਆਂ 22 ਵਾਰਾਂ ਸਤਿਗੁਰੂ ਪਾਤਸ਼ਾਹ ਜੀ ਨੇ ਢਾਡੀ ਨੱਥਾ ਜੀ ਤੇ ਅਬਦੁੱਲਾ ਜੀ ਨੂੰ ਬੁਲਾਇਆ ਦਰਬਾਰ ਸਾਹਿਬ ਦੇ ਵਿੱਚ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਇਹਨਾਂ ਦੋਏ ਸਿੱਖਾਂ ਨੂੰ ਹੁਕਮ ਕੀਤਾ ਹੈ ਤੇ ਤੁਸੀਂ ਅੱਗੇ ਵੀ ਢਾਡੀ ਵਾਰਾਂ ਗਾਉਂਦੇ ਸੋ, ਪਰ ਅੱਜ ਤੋਂ ਬਾਅਦ ਪਹਿਲਾਂ ਤੁਸੀਂ ਕਦੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਇਹ ਵਾਰਾਂ ਗਾਉਂਦੇ ਸਾਂ, ਕਦੇ ਤੁਸੀਂ ਯੋਧਿਆਂ ਦੀਆਂ ਵਾਰਾਂ ਗਾਉਂਦੇ ਸੋ, ਪਰ ਆਓ ਅੱਜ ਤੋਂ ਬਾਅਦ ਤੁਸੀਂ ਇਸ ਵਾਰ ਦੇ ਭਾਂਡੇ ਦੇ ਵਿੱਚ ਜੋ ਗੁਰੂ ਨਾਨਕ ਦੀ ਸਿੱਖੀ ਦਾ ਇਸ ਬਾਣੀ ਹੈ ਉਹਨੂੰ ਤੁਸੀਂ ਇਸ ਜੋਸ਼ੀਲੇ ਢੰਗ ਦੇ ਨਾਲ ਗਾਓ ਕਿ ਜਿਹੜਾ ਕਾਇਰ ਹੈ ਤੇ ਆਪਣੀ ਆਤਮਾ ਨੂੰ ਝੰਜੋੜ ਕੇ ਉਹਦਾ ਮਨੋਬਲ ਇੰਨਾ ਉੱਚਾ ਹੋ ਜਾਏ ਕਿ ਉਹ ਸੂਰਬੀਰ ਬਣ ਜਾਏ। ਤੇ ਇਹੀ ਨੱਥਾ ਤੇ ਭਾਈ ਅਬਦੁੱਲਾ ਜੀ ਨੇ, ਦੋਏ ਢਾਡੀਆਂ ਨੇ, ਤੇ 2 ਮਹੀਨਿਆਂ ਦੇ ਵਿੱਚ ਗੁਰਮੁਖ ਪਿਆਰਿਓ ਤੇ ਅਕਾਲ ਤਖਤ ਸਾਹਿਬ ਤੇ 22 ਦੀ 22 ਵਾਰਾਂ ਦਾ ਗਾਇਨ ਕੀਤਾ ਹੈ। ਜਿਹੜੇ ਕਤੇ ਅੰਦਰੋਂ ਕਮਜ਼ੋਰ ਸਨ, ਜਿਨ੍ਹਾਂ ਦਾ ਮਨੋਬਲ ਕਮਜ਼ੋਰ ਸੀ, ਉਹੀ ਕਤੇ ਇਹਨਾਂ ਦਾ ਮਨੋਬਲ ਇੰਨਾ ਕੁ ਪਾਵਰ, ਇੰਨਾ ਕੁ ਸ਼ਕਤੀਸ਼ਾਲੀ ਹੋਇਆ ਤੇ ਸ਼ਸਤਰ ਤੇ ਤਨ ਦੇ ਉੱਤੇ ਸ਼ਸਤਰ ਸਜਾ ਕੇ ਬਹੁਤ ਵੱਡੇ ਯੋਧੇ ਤੇ ਸੂਰਬੀਰ ਬਣੇ ਸਨ। ਇਸ ਗੱਲ ਦੀ ਲਦਾਇਕਾ ਉਦੋਂ ਮਿਲਦੀ ਹੈ ਜਦੋਂ ਮੁਗਲ ਸਲਤਨਤ ਨੇ ਫਿਰ ਸਿਰ ਚੱਕਿਆ ਕਿ ਇਸ ਅਸੀਂ ਤਾਂ ਸੋਚਦੇ ਸਾਂ ਕਤੇ ਇਹਨਾਂ ਦੇ ਪਿਤਾ, ਇਹਨਾਂ ਦੇ ਗੁਰੂ ਨੂੰ ਕਤੇ ਅਸੀਂ ਤੱਤੀਆਂ ਤਵੀਆਂ ਤੇ ਬਿਠਾ ਕੇ ਕਤੇ ਇਸ ਤਰ੍ਹਾਂ ਕਤਲ ਕਰ ਦਿਆਂਗੇ, ਇਸ ਤਰ੍ਹਾਂ ਮਾਰ ਦਿਆਂਗੇ ਕਿ ਸਿੱਖੀ ਦੀ ਗੱਲ ਕਰਨ ਵਾਲਾ ਕੋਈ ਨਹੀਂ ਜੇ ਹੋਏਗਾ। ਸਾਰੇ ਕਤੇ ਡਰ ਕੇ ਘਰੋਂ ਘਰੀ ਬੈਠ ਜਾਣਗੇ। ਪਰ ਹੋਇਆ ਕੀ, ਅਸੀਂ ਤਾਂ ਸੋਚਦੇ ਸਾਂ ਸਿੱਖੀ ਖਤਮ ਹੋ ਜਾਏਗੀ, ਪਰ ਸਿੱਖੀ ਤਾਂ ਹੋਰ ਵੱਧ ਗਈ। ਤੇ ਉਸ ਵਕਤ ਜਦੋਂ ਮੁਗਲ ਸਲਤਨਤ ਨੇ ਫਿਰ ਸਿਰ ਚੱਕਿਆ ਤੇ ਗੁਰਮੁਖ ਪਿਆਰਿਓ 6ਵੇਂ ਪਾਤਸ਼ਾਹ ਜੀ ਨੇ 4 ਜੰਗਾਂ ਕੀਤੀਆਂ ਤੇ ਚਾਰੇ ਦੀਆਂ ਚਾਰੇ ਜੰਗਾਂ ਦੇ ਵਿੱਚ ਫਿਰ ਜਿੱਤ ਪ੍ਰਾਪਤ ਹੋਈ। ਜਦੋਂ ਜਿੱਤ ਹੋਈ ਤੇ ਸਿੱਖਾਂ ਦਾ ਮਨੋਬਲ ਹੋਰ ਜਿਹੜਾ ਹੈ ਪ੍ਰਫੁੱਲਤ ਹੋਇਆ। ਹੁਣ ਇਸ ਘਰ ਦੇ ਵਿੱਚ ਗੁਰਮੁਖ ਪਿਆਰਿਓ ਭਗਤੀ ਦੇ ਨਾਲ ਨਾਲ ਫਿਰ ਸ਼ਕਤੀ ਦੀ ਵੀ ਪ੍ਰਫੁੱਲਤਾ ਹੈ। ਸ਼ਕਤੀ ਦੀ ਪ੍ਰਫੁੱਲਤਾ ਫਿਰ ਉਸ ਤੋਂ ਬਾਅਦ ਜਿਹੜਾ ਹੈ 7ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ। 7ਵੇਂ ਪਾਤਸ਼ਾਹ ਜੀ ਦੇ ਵੇਲੇ ਹਰ ਵਕਤ 2200 ਘੋੜ ਸਵਾਰ ਹਮੇਸ਼ਾ ਤਿਆਰ ਬਰ ਤਿਆਰ, ਸ਼ਸਤਰਧਾਰੀ ਹਮੇਸ਼ਾ ਰਹਿੰਦੇ ਸਨ। ਤੇ ਇਹ ਤਿਆਰ ਬਰ ਤਿਆਰ, ਜੰਗ ਕੋਈ ਨਹੀਂ ਹੈ ਪਰ ਹਮੇਸ਼ਾ ਤਿਆਰੀ ਬਰ ਤਿਆਰੀ ਦੇ ਵਿੱਚ ਰਹਿੰਦੇ ਸਨ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਘਰ ਦੀ ਜਿਹੜੀ ਮਰਿਆਦਾ ਤੇ ਘਰ ਦਾ ਸਿਧਾਂਤ ਹੋਰ ਪ੍ਰਫੁੱਲਤ ਸੀ। ਇੱਥੇ ਹੁਣ 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਇੱਥੇ ਹੈ। ਇਹ ਨਗਰ ਜਿਹੜਾ 1624 ਦੇ ਵਿੱਚ ਇਹ ਨਗਰ ਵਸਾਇਆ ਗਿਆ ਸੀ। ਇੱਥੇ ਇੱਕ ਗੱਲ ਹੋਰ ਅਰਜ਼ ਕਰਾਂ, ਗੁਰਮੁਖ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੋਂ ਸਿੱਖੀ ਦਾ ਪ੍ਰਚਾਰ ਸੈਂਟਰ ਧੁਰਾ ਜਿਹੜਾ ਹੈ ਉਹ ਬਦਲਦਾ ਰਿਹਾ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਦਾ ਸਿੱਖੀ ਪ੍ਰਚਾਰ ਸੈਂਟਰ ਜਿਹੜਾ ਕਰਤਾਰਪੁਰ ਦੀ ਧਰਤੀ, ਤੇ ਦੂਸਰੇ ਪਾਤਸ਼ਾਹ ਜੀ ਦੇ ਵੇਲੇ ਖੰਡੂਰ ਸਾਹਿਬ ਦੀ ਧਰਤੀ, ਤੀਸਰੇ ਪਾਤਸ਼ਾਹ ਜੀ ਦੇ ਵੇਲੇ ਸਿੱਖੀ ਦਾ ਪ੍ਰਚਾਰ ਕੇਂਦਰ ਧੁਰਾ ਜਿਹੜਾ ਹੈ ਉਹ ਗੋਬਿੰਦਵਾਲ ਸਾਹਿਬ ਦੀ ਧਰਤੀ, ਚੌਥੇ ਪਾਤਸ਼ਾਹ ਜੀ ਦੇ ਵੇਲੇ ਅੰਮ੍ਰਿਤਸਰ, ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਅੰਮ੍ਰਿਤਸਰ ਤੇ ਤਰਨਤਾਰਨ ਦੀ ਧਰਤੀ, ਛੇਵੇਂ ਪਾਤਸ਼ਾਹ ਜੀ ਦੇ ਵੇਲੇ ਅੰਮ੍ਰਿਤਸਰ ਤੇ ਗੁਰਮੁਖ ਪਿਆਰਿਓ ਕੀਰਤਪੁਰ ਸਾਹਿਬ। ਤੇ ਕੀਰਤਪੁਰ ਸਾਹਿਬ ਜਿਹੜਾ ਨਗਰ ਵਸਾਇਆ ਸੀ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਪੁੱਤਰ ਜਿਹੜਾ ਸ਼੍ਰੀ ਚੰਦ ਤੇ ਛੇਵੇਂ ਪਾਤਸ਼ਾਹ ਜੀ ਦੇ ਦੂਰ ਅੰਦੇਸ਼ੀ ਦੇ ਨਾਲ ਵਸਾਇਆ ਹੋਇਆ ਇਹ ਕੀਰਤਪੁਰ ਨਗਰ ਸੀ। ਤੇ ਇੱਥੇ ਇੱਕ ਹੋਰ ਨੁਕਤਾ ਅਰਜ਼ ਕਰ ਰਿਹਾ ਜੋ ਬਹੁਤ ਘੱਟ ਲੋਕ ਜਾਣਦੇ ਨੇ। ਜਿਸ ਵਕਤ ਸ਼੍ਰੀ ਚੰਦ ਜੀ, ਲక్ష్ਮੀ ਚੰਦ, ਕਿਉਂ ਗੁਰਮੁਖ ਜ਼ਿਆਦਾਤਰ ਜਿਹੜਾ ਇਹ ਗੁਰਮੁਖ ਪਿਆਰਿਓ ਬਾਬਾ ਸ਼੍ਰੀ ਚੰਦ ਜੀ, ਇਹਨਾਂ ਨੇ ਇੱਕ ਉਦਾਸੀ ਸੰਪਰਦਾ ਜਿਹੜੀ ਚਲਾਈ ਸੀ, ਜਿਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮਾਂ ਨੂੰ ਇਹਨਾਂ ਨੇ ਪ੍ਰਵਾਨ ਨਹੀਂ ਕੀਤਾ, ਇੱਕ ਆਪਣਾ ਵੱਖਰਾ ਹੀ ਮਤ ਬਣਾ ਲਿਆ ਸੀ। ਜਿਸ ਕਰਕੇ ਆਪਾਂ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਪੁੱਤਰੀ ਕੌਲ ਨਾ ਪਾਲਿਓ। ਤੇ ਜਿਹੜਾ ਪਿਤਾ ਜੀ ਦੇ ਗੁਰੂ ਦੇ ਹੁਕਮ ਨੂੰ ਮੰਨਣ ਵਾਲਾ ਕੇਵਲ ਇੱਕ ਸਿੱਖ ਨੂੰ ਨਿਤਰਿਆ ਸੀ, ਭਾਈ ਲਹਿਣਾ, ਤੇ ਪਿਤਾ ਜੀ ਦੇ ਹੁਕਮਾਂ ਨੂੰ ਪੁੱਤਰਾਂ ਨੇ ਨਾ ਮੰਨਿਆ। ਤੇ ਉਸ ਵਕਤ ਇਹ ਵੱਖਰਾ ਜਿਹੜਾ ਹੈ ਉਦਾਸੀ ਸੰਪਰਦਾ ਜਿਹੜਾ ਚਲਾਇਆ ਹੋਇਆ ਸੀ। ਹੁਣ ਅੰਮ੍ਰਿਤਸਰ ਦੀ ਧਰਤੀ ਤੇ ਇਹ ਆਉਂਦੇ ਨੇ, ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਅਰਜ਼ੋਈ ਕਰਦੇ ਨੇ
ਕਿ ਸਤਿਗੁਰੂ ਜੀ ਸਾਡਾ ਉਦਾਸੀ ਸੰਪਰਦਾ ਬਹੁਤ ਉਜਾਗਰ ਹੋਣੀ ਸੀ, ਪਰ ਅਸੀਂ ਆਪਣੇ ਪਿਤਾ ਜੀ ਦੇ ਹੁਕਮਾਂ ਨੂੰ ਨਹੀਂ ਮੰਨ ਪਾਏ ਤੇ ਅਸੀਂ ਤਾਂ ਇੱਕ ਵੱਖਰੀ ਹੀ ਰੀਤ ਚਲਾ ਲਈ ਸੀ। ਅੱਜ ਸਾਡੇ 'ਚ ਅਹਿਸਾਸ ਹੈ ਕਿ ਜੇ ਕਿਤੇ ਗੁਰੂ ਨਾਨਕ ਦੇ ਸਿਧਾਂਤਾਂ ਦੇ ਅਨੁਸਾਰ ਅਸੀਂ ਚੱਲਦੇ ਹੁੰਦੇ ਤੇ ਸਾਡਾ ਵੀ ਪੱਖ ਕਿਤੇ ਹੋਰ ਹੋਣਾ ਸੀ, ਪਰ ਸਾਡੀ ਇਹ ਕਮਜ਼ੋਰੀ ਰਹੀ ਤੇ ਅਸੀਂ ਚਾਹੁੰਦੇ ਹਾਂ ਸਾਡਾ ਇਹ ਉਦਾਸੀ ਸੰਪਰਦਾ ਹੋਰ ਵਧੇ ਤੇ ਸਾਨੂੰ ਜਿਹੜਾ ਹੈ ਬਾਬਾ ਗੁਰਦਿੱਤਾ ਜੀ ਉਹ ਸਾਡੀ ਤੁਸੀਂ ਝੋਲੀ ਦੇ ਵਿੱਚ ਇਸ ਸੰਪਰਦਾ ਦੀ ਜਿਹੜੀ ਵਾਂਗਡੋਰ ਹੁਣ ਇਹ ਸੰਭਾਲੇ, ਕਿਉਂਕਿ ਬਾਬਾ ਗੁਰਦਿੱਤਾ ਜੀ ਸਨ ਗੁਰਮੁਖ ਪਿਆਰਿਓ ਛੇਵੇਂ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ। ਇਹਨਾਂ ਦਾ ਜਿਹੜਾ ਕੱਦ ਕਾਠ ਸੀ, ਚਿਹਰਾ ਮੁਹਾਂਦਰਾ ਸੀ, ਬਿਲਕੁਲ ਹੂਬਹੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਮੇਲ ਖਾਂਦਾ ਸੀ। ਇਸੇ ਕਰਕੇ ਸ਼੍ਰੀ ਚੰਦ ਜੀ ਨੇ ਆ ਕੇ ਬੇਨਤੀ ਅਰਜ਼ੋਈ ਕੀਤੀ ਤੇ ਛੇਵੇਂ ਪਾਤਸ਼ਾਹ ਜੀ ਨੇ ਫਿਰ ਇੱਥੇ ਬਾਬਾ ਸ਼੍ਰੀ ਚੰਦ ਜੀ ਨੂੰ ਇੱਕ ਗੱਲ ਕਹੀ, ਕਹਿਣ ਲੱਗੇ ਠੀਕ ਹੈ ਕਿ ਜਿਹੜਾ ਇਹ ਮੇਰੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਤੁਹਾਡੇ ਮੁਤਾਬਕ ਚਿਹਰਾ ਮੁਹਾਂਦਰਾ ਬਿਲਕੁਲ ਗੁਰੂ ਨਾਨਕ ਤੁਹਾਡੇ ਪਿਤਾ ਜੀ ਦਾ ਵਰਗਾ ਹੈ, ਤੁਸੀਂ ਉਦਾਸੀ ਸੰਪਰਦਾ ਦੀ ਉਜਾਗਰਤਾ ਦੇ ਲਈ ਦੂਰ ਦਰਾਡੇ ਪ੍ਰਚਾਰ ਪ੍ਰਸਾਰ ਦੇ ਲਈ ਤੁਸੀਂ ਬਾਬਾ ਗੁਰਦਿੱਤਾ ਜੀ ਦੀ ਮੰਗ ਕਰਦੇ ਹੋ, ਪਰ ਚੇਤੇ ਰੱਖਿਓ ਅੱਜ ਤੋਂ ਬਾਅਦ ਜਿਹੜੀ ਉਦਾਸੀ ਸੰਪਰਦਾ ਹੈ ਉਹ ਤੁਹਾਡੀ ਰੌ ਰੀਤੀਆਂ ਦੇ ਨਾਲ ਨਹੀਂ ਚੱਲੇਗੀ। ਅੱਜ ਤੋਂ ਬਾਅਦ ਗੁਰੂ ਨਾਨਕ ਦੇ ਸਿਧਾਂਤਾਂ ਦੇ ਅਨੁਸਾਰ ਜਿਹੜੀ ਹੈ ਉਹ ਜਿਹੜੀ ਹੈ ਸਿੱਖੀ ਜਿਹੜੀ ਹੈ ਉਦਾਸੀ ਸੰਪਰਦਾ ਚੱਲੇਗੀ। ਤੇ ਸੱਚ ਹੈ ਫਿਰ ਉਸੇ ਦੇ ਮੁਤਾਬਕ ਜਿਹੜੀ ਸੰਪਰਦਾ ਚੱਲੀ ਹੈ, ਇਸੇ ਉਦਾਸੀ ਸੰਪਰਦਾ ਦੇ ਜਿਤਨੇ ਵੀ ਚੇਲੇ ਸਨ ਚੇਤੇ ਰੱਖਿਓ ਸਾਰੇ ਸ਼ਸਤਰਧਾਰੀ ਸਨ ਤੇ ਇੱਥੇ ਬਾਬਾ ਗੁਰਦਿੱਤਾ ਜੀ ਦੀ ਅਗਵਾਈ ਦੇ ਵਿੱਚ ਤੇ ਜਿਹੜਾ ਇਹ ਕੀਰਤਪੁਰ ਨਗਰ ਵਸਾਇਆ ਸੀ ਤੇ ਇੱਥੇ ਜਿਹੜੀ ਉਦਾਸੀ ਸੰਪਰਦਾ ਜਿਹੜੀ ਸੀ ਜਿਹੜੀ ਪ੍ਰਚਾਰੀ ਹੋਈ ਬਾਬਾ ਸ਼੍ਰੀ ਚੰਦ ਜੀ ਦੀ ਸੀ, ਪਰ ਇੱਥੋਂ ਜਿਹੜੀ ਹੁਣ ਦਿਸ਼ਾ ਜਿਹੜੀ ਹੋਰ ਹੀ ਵੱਖਰੀ ਹੋ ਗਈ। ਦਿਸ਼ਾ ਜਿਹੜੀ ਹੈ ਗੁਰੂ ਨਾਨਕ ਦੇ ਸਿਧਾਂਤਾਂ ਦੇ ਅਨੁਸਾਰ ਚੱਲਣ ਲੱਗ ਗਈ ਤੇ ਇਸ ਵਕਤ ਉਦਾਸੀ ਚੇਲੇ ਹਨ ਸਾਰੇ ਸ਼ਸਤਰਧਾਰੀ ਤੇ ਉਹਨਾਂ ਦੇ ਹੱਥ ਦੇ ਵਿੱਚ ਹਮੇਸ਼ਾ ਡੰਡਾ ਹੁੰਦਾ ਸੀ। ਇਸ ਗੱਲ ਦੀ ਪ੍ਰਵਾਨਤਾ ਮਿਲਦੀ ਹੈ ਕਿ ਜਦੋਂ ਪਹਾੜੀ ਰਾਜੇ ਸਨ ਉਹਨਾਂ ਪਹਾੜੀਆਂ ਰਾਜਿਆਂ ਦੇ ਵਿੱਚੋਂ ਹੰਡੂਰੀਏ ਦਾ ਰਾਜਾ ਜਿਹੜਾ ਸੀ ਉਹਦਾ ਇਲਾਕਾ ਜਿਹੜਾ ਸੀ ਉਸ ਲੱਗਤੇ ਦੇ ਇਲਾਕੇ ਦੇ ਉੱਤੇ ਜਿਹੜਾ ਸੀ ਔਰੰਗਜ਼ੇਬ ਦਾ ਜਿਹੜਾ ਅਹਿਲਕਾਰ ਸੀ ਨਾਸਰ ਅਲੀ ਖਾਂ, ਜਦੋਂ ਉਹਨੇ ਕਬਜ਼ਾ ਕਰ ਲਿਆ ਸੀ ਤੇ ਉਹ ਜਿਹੜਾ ਹੰਡੂਰੀਏ ਦਾ ਰਾਜਾ ਤੇ ਇੱਧਰ ਬਾਬਾ ਗੁਰਦਿੱਤਾ ਜੀ ਦੇ ਕੋਲੇ ਆਇਆ ਸੀ, ਉਹਨੇ ਬੇਨਤੀ ਅਰਜ਼ੋਈ ਕੀਤੀ ਤੇ ਜਿਹੜਾ ਇਹ ਤੁਹਾਡੇ ਪਿਤਾ ਜੀ ਨੇ ਵੇਖੋ ਤੁਸੀਂ ਇੱਕ ਇਕੱਲੇ ਹੋ ਕਿ ਗੁਰੂ ਨਾਨਕ ਦੇ ਘਰ ਨੇ ਮੁਗਲ ਸਲਤਨਤ ਦੇ ਨਾਲ ਆਡਾ ਲਿਆ ਹੈ, 4 ਜੰਗਾਂ ਕੀਤੀਆਂ ਤੇ ਚਾਰੇ ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਜੇ ਕਿਤੇ ਗੁਰੂ ਨਾਨਕ ਦਾ ਘਰ ਮੇਰੀ ਬਾਹ ਫੜ ਲੈ ਤੇ ਮੈਂ ਆਸਰਾ ਤੱਕ ਕੇ ਆਇਆ ਹੈ ਤੇ ਮੇਰਾ ਇਲਾਕਾ ਜਿਹੜਾ ਉਹ ਛਡਵਾਇਆ ਜਾਏ। ਤੇ ਬਾਬਾ ਗੁਰਦਿੱਤਾ ਜੀ ਨੇ ਉਸ ਵਕਤ ਤੇ ਜਿਹੜੇ 100 ਘੋੜਸਵਾਰ ਉਦਾਸੀ ਚੇਲੇ ਜਿਹੜੇ ਸ਼ਸਤਰਧਾਰੀ ਸਨ ਤੇ ਉਹਨਾਂ ਦੀ ਸਹਾਇਤਾ ਦੇ ਨਾਲ ਜਿਹੜਾ ਨਾਸਰ ਅਲੀ ਖਾਨ ਨੂੰ ਖੁਸੋਦਿਆ ਸੀ, ਮੌਤ ਦੇ ਘਾਟ ਉਤਾਰਿਆ, ਹੰਡੂਰੀਏ ਦੇ ਰਾਜੇ ਦਾ ਜਿਹੜਾ ਇਹ ਇਲਾਕਾ ਵਾਪਸ ਕਰਵਾਇਆ ਸੀ। ਕਹਿਣ ਤੋਂ ਭਾਵ ਇਹ ਮੈਂ ਤਾਂ ਅਰਜ਼ ਕਰ ਰਿਹਾ ਕਿ ਸਾਨੂੰ ਪਤਾ ਲੱਗ ਜਾਏ ਕਿ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਚਾਰਿਆ ਇਹ ਜਿਹੜਾ ਮਤ ਸੀ ਉਸ ਵਕਤ 6ਵੇਂ ਪਾਤਸ਼ਾਹ ਜੀ ਤੋਂ ਬਾਅਦ ਜਿਹੜਾ ਇਹ ਗੁਰੂ ਨਾਨਕ ਦੇ ਸਿਧਾਂਤਾਂ ਦੇ ਅਨੁਸਾਰ ਚੱਲ ਪਿਆ ਸੀ। ਪਰ ਅੱਜ ਗੁਰਮੁਖ ਪਿਆਰਿਓ ਅੱਜ ਵੀ ਇਹਦੇ ਹਾਲਾਤ ਕੁਝ ਹੋਰ ਬਣ ਗਏ ਨੇ। ਗੁਰਮੁਖ ਪਿਆਰਿਓ ਇੱਥੇ ਹੁਣ 6ਵੇਂ ਪਾਤਸ਼ਾਹ ਤੇ 6ਵੇਂ ਪਾਤਸ਼ਾਹ ਜੀ ਨੇ ਕੀਰਤਪੁਰ ਨਗਰ ਵਸਾਇਆ ਤੇ ਉਸ ਵਕਤ 7ਵੇਂ ਪਾਤਸ਼ਾਹ ਜੀ ਦਾ ਵੇਲਾ ਆਇਆ, 2200 ਘੋੜਸਵਾਰ ਨੇ ਪਰ ਜੰਗ ਕੋਈ ਨਹੀਂ। 8ਵੇਂ ਪਾਤਸ਼ਾਹ ਜੀ ਦਾ ਵੇਲਾ ਸਮਾਂ ਆਇਆ, 8ਵੇਂ ਪਾਤਸ਼ਾਹ ਜੀ ਦੇ ਵੇਲੇ ਹੋਰ ਦੂਰ ਦਰਾਡਿਆਂ ਤੱਕ ਜਿਹੜਾ ਹੈ ਸਿੱਖੀ ਦਾ ਪ੍ਰਚਾਰ ਬਹੁਤ ਪ੍ਰਫੁੱਲਤ ਹੋ ਗਿਆ ਸੀ, ਕਿਉਂਕਿ ਜਦੋਂ ਜਿਹੜੀ ਜੰਗਾਂ ਹੋਈਆਂ ਸੀ 6ਵੇਂ ਪਾਤਸ਼ਾਹ ਜੀ ਦੇ ਵੇਲੇ ਉਸ ਜੰਗਾਂ ਨੇ ਵੀ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਲੋਕਾਂ ਦੇ ਮਨਾਂ ਦੇ ਵਿੱਚ ਛੋਟੇ ਵੱਡੇ ਰਿਆਸਤਾਂ ਸਨ ਜਿੰਨੀਆਂ ਵੀ ਸਨ ਹਿੰਦੁਸਤਾਨ ਦੇ ਵਿੱਚ ਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਗੱਲ ਟਿਕਾ ਦਿੱਤੀ ਸੀ ਕਿ ਗੁਰੂ ਨਾਨਕ ਦਾ ਘਰ ਬਹੁਤ ਵੱਡ ਤੇ ਜਿਹੜਾ ਸੂਰਵੀਰਾਂ ਦਾ ਯੋਧਿਆਂ ਦਾ ਵੀ ਧਰਮ ਹੈ। ਗੁਰੂ ਨਾਨਕ ਦਾ ਧਰਮ ਕੋਈ ਬੇਲੜਾ ਦਾ ਧਰਮ ਨਹੀਂ, ਗੁਰੂ ਨਾਨਕ ਦਾ ਧਰਮ ਕੀਰਤੀਆਂ ਦਾ ਧਰਮ ਹੈ। ਇਹ ਜਿਹੜੇ ਬੁਨਿਆਦੀ ਸਿਧਾਂਤ ਅਸੂਲ ਸਨ ਤੇ ਇਹਨਾਂ ਅਸੂਲਾਂ ਨੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਗੁਰੂ ਨਾਨਕ ਦਾ ਪਿਆਰ ਹੋਰ ਪੈਦਾ ਕਰ ਦਿੱਤਾ ਸੀ। ਤੇ ਇਸੇ ਹੁਣ ਜਦੋਂ 8ਵੇਂ ਪਾਤਸ਼ਾਹ ਜੀ ਦੇ ਵੇਲੇ ਜਦੋਂ ਹੁਣ ਬਾਦਸ਼ਾਹ ਹੈ ਔਰੰਗਜ਼ੇਬ ਜਿਸ ਦੇ ਕੋਲੇ 7ਵੇਂ ਪਾਤਸ਼ਾਹ ਜੀ ਨੇ ਕਦੇ ਆਪਣੇ ਪੁੱਤਰ ਬਾਬਾ ਰਾਮ ਰਾਏ ਨੂੰ ਭੇਜਿਆ ਸੀ ਤੇ ਜਿਹੜਾ ਕਿਤੇ ਗੁਰੂ ਨਾਨਕ ਦੇ ਘਰ ਦੀ ਰੌ ਰੀਤੀ ਦੇ ਬਾਰੇ ਵਿਖਿਆਨ ਕਰ ਸਕੇ ਤੇ ਪਹਿਲਾਂ ਤਾਂ ਉਹ ਔਰੰਗਜ਼ੇਬ ਤੇ ਬੜਾ ਪ੍ਰਭਾਵ ਪਾ ਲੈਂਦਾ ਹੈ।
72 ਕਲਾਂ ਦੀਆਂ ਕਰਾਮਾਤਾਂ ਦਿਖਾਉਂਦਾ ਹੈ। ਤੇ ਜਿਹੜਾ ਔਰੰਗਜ਼ੇਬ ਬਾਬਾ ਰਾਮ ਰਾਏ ਦੇ ਪ੍ਰਭਾਵ ਹੇਠ ਆ ਜਾਂਦਾ ਹੈ। ਪਰ ਜਦੋਂ ਮਾਇਆ ਦੀ ਗੱਲ ਹੁੰਦੀ ਹੈ, ਐਸ਼ੋ ਇਸ਼ਰਤ ਦੀ ਗੱਲ ਹੁੰਦੀ ਹੈ, ਤੇ ਕਿਤੇ ਨਾ ਕਿਤੇ ਜਿਹੜਾ ਬਾਬਾ ਰਾਮ ਰਾਏ ਥੜਕ ਜਾਂਦਾ ਹੈ। ਤੇ ਥੜਕ ਜਾਂਦਾ ਔਰੰਗਜ਼ੇਬ ਦੇ ਅਸਰ ਸੂਖ ਹੇਠ ਆਉਂਦਾ ਹੋਇਆਂ ਤੇ ਬਾਣੀ ਦੀ ਇੱਕ ਪੰਕਤੀ ਨੂੰ ਬਦਲ ਦਿੰਦਾ ਹੈ। ਜਦੋਂ ਇਹ ਗੱਲ 7ਵੇਂ ਪਾਤਸ਼ਾਹ ਜੀ ਨੂੰ ਪਤਾ ਲੱਗਦੀ ਹੈ ਤੇ 7ਵੇਂ ਪਾਤਸ਼ਾਹ ਹੁਕਮ ਕਰਦੇ ਨੇ ਤੇ ਕਹਿ ਦੋ ਬਾਬਾ ਰਾਮ ਰਾਏ ਨੂੰ, ਹੁਣ ਸਾਡੇ ਮੱਥੇ ਨੀਚੇ ਲੱਗਣਾ, ਹੁਣ ਸਾਡੇ ਸਾਹਮਣੇ ਨਹੀਂ ਆਉਣਾ, ਜਿੱਧਰ ਰਸਤਾ ਲੱਗਦਾ ਹੈ ਉਧਰ ਚਲਾ ਜਾਏ। ਪਰ ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਹੁਣ ਉਹਦੀ ਪ੍ਰਵਾਨਤਾ ਨਹੀਂ ਹੈ। ਤੇ ਉਸ ਵਕਤ ਜਦੋਂ ਗੁਰਤਾ ਗੱਦੀ ਮਿਲਦੀ ਹੈ, ਹੁਣ ਉਹਦੇ ਹੀ ਛੋਟੇ ਭਰਾ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਤੇ ਔਰੰਗਜ਼ੇਬ ਤੱਕ ਹੁਣ ਬਾਬਾ ਰਾਮ ਰਾਏ ਅਸਰ ਸੁਖ ਰੱਖਦਾ ਹੋਇਆ ਤੇ ਇਹ ਚੁਗਲੀਆਂ ਲਾਉਂਦਾ ਹੈ, ਕਹਿੰਦਾ ਹੈ ਕਿ ਤੁਸੀਂ ਕਦੇ ਮੇਰੇ ਕੋਲੇ 72 ਕਲਾ ਦੀਆਂ ਕਰਾਮਾਤਾਂ ਵੇਖ ਕੇ ਤੁਸੀਂ ਕਦੇ ਵੇਖਿਆ ਕਦੇ ਗੁਰੂ ਨਾਨਕ ਦਾ ਘਰ ਕਿਤਨਾ ਕੁ ਵੱਡਾ ਹੈ ਤੇ ਸ਼ਕਤੀਸ਼ਾਲੀ ਹੈ, ਕਦੇ ਮੇਰੇ ਛੋਟੇ ਭਰਾ ਨੂੰ ਤੁਸੀਂ ਉਹਦੇ ਕੋਲੇ ਵੇਖੋ ਕਿ ਉਹਦੇ ਕੋਲ ਤਾਂ ਮੇਰੇ ਤੋਂ ਵੀ ਵੱਧ ਕੇ ਕਰਾਮਾਤਾਂ ਨੇ, ਬੜੀਆਂ ਸ਼ਕਤੀਆਂ ਨੇ, ਤੇ ਉਹਨੂੰ ਵੀ ਤੁਸੀਂ ਮਿਲ ਕੇ ਵੇਖੋ। ਔਰੰਗਜ਼ੇਬ ਫਿਰ ਮਿਲਣ ਦੀ ਚਾਹਨਾ ਕਰਦਾ ਹੈ ਤੇ ਪ੍ਰਸਤਾਵ ਭੇਜਦਾ ਹੈ ਤੇ ਉਸ ਵਕਤ 8ਵੇਂ ਪਾਤਸ਼ਾਹ ਮਿਲਣ ਤੋਂ ਇਨਕਾਰ ਕਰ ਦਿੰਦੇ ਨੇ। ਪਰ ਜਿਹੜਾ ਹੈ ਵਿਚੋਲਾ ਪਾਇਆ ਜਾਂਦਾ ਰਾਜਾ ਜੈ ਸਿੰਘ, ਜਿਹੜਾ ਦਿੱਲੀ ਦਾ ਰਾਜਾ, ਤੇ ਉਸ ਦਿੱਲੀ ਦੀਆਂ ਸੰਗਤਾਂ ਦੀ ਬੇਨਤੀ ਦੇ ਆਧਾਰ ਦੇ ਉੱਤੇ ਜਦੋਂ 8ਵੇਂ ਪਾਤਸ਼ਾਹ ਜੀ ਹੁਣ ਇੱਥੇ ਆਉਂਦੇ ਨੇ ਤੇ ਇੱਥੇ ਆ ਕੇ ਵੇਖੋ ਕਿੱਡਾ ਵੱਡਾ ਹੌਸਲਾ, ਕਿੱਡੀ ਵੱਡੀ ਨਿਰਭਉਤਾ, ਨਿਰਵੈਰਤਾ ਸੀ। ਉਮਰ ਦਾ ਤਕਾਜ਼ਾ ਵੇਖੀਏ ਤਾਂ ਗੁਰੂ ਪਾਤਸ਼ਾਹ ਜੀ ਦਾ ਬੜੀ ਛੋਟੀ ਉਮਰ ਹੈ, ਬੜਾ ਬਾਲਪਨ, ਤੇ ਉਮਰ ਦਾ ਤਕਾਜ਼ਾ ਤੇ ਗੁਰਮੁਖ ਪਿਆਰੇ 6-7 ਸਾਲ ਦਾ ਹੈ ਉਮਰ ਦਾ ਤਕਾਜ਼ਾ। ਕਿਤੇ ਵੇਖੀਏ ਅੱਜ 6-7 ਸਾਲ ਦਾ ਬੱਚਾ ਤੇ ਕਿੱਡੀ ਕੁ ਉਹਦੇ ਵਿੱਚ ਲਿਆਕਤ ਹੈ, ਕਿੰਨੀ ਕੁ ਉਹਦੇ ਵਿੱਚ ਉਹਦੇ ਸੁਭਾਅ 'ਚ ਸਿਆਣਪ ਤੇ ਕਿੱਡੀ ਕੁ ਉਹਦੇ ਵਿੱਚ ਹੌਸਲਾ ਹੋਏਗਾ। ਪਰ ਉਸ ਵਕਤ ਗੁਰੂ ਪਾਤਸ਼ਾਹ ਜੀ ਦਾ ਤਕੀਏ ਤੇ ਦੇਖੋ ਔਰੰਗਜ਼ੇਬ ਨੂੰ ਕਹਿ ਦਿੱਤਾ ਸੀ ਹੋਵੇ ਹਿੰਦੁਸਤਾਨ ਦਾ ਬਾਦਸ਼ਾਹ ਤੇ ਉਹਨੂੰ ਉਹਦੇ ਮੂੰਹ ਤੇ ਕਹਿ ਦੇਣਾ ਕਿ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਨਹਿ ਮਲੇਸ਼ ਕੋ ਦਰਸ਼ਨ ਲੈ ਹੈ। ਤੇ ਇਹ ਗੱਲ ਕਹਿ ਦੇਣੀ ਕਿੱਡੀ ਵੱਡੀ ਨਿਰਭਉ ਤੇ ਨਿਰਵੈਰਤਾ ਵਾਲੀ ਗੱਲ ਸੀ। ਇੱਥੇ ਹੀ ਦਿੱਲੀ ਦੀ ਧਰਤੀ ਦੇ ਉੱਤੇ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ ਤੇ ਸ਼ਬਦ ਕਹਿੰਦੇ ਨੇ ਬਾਬਾ ਬਸੈ ਗ੍ਰਾਮ ਬਕਾਲੇ। ਤੇ ਹੁਣ ਜਿਹੜਾ ਸਿੱਖ ਸੰਗਤਾਂ ਨੂੰ ਹੁਣ ਉਪਦੇਸ਼ ਹੈ ਕਿ ਇਸ ਗੁਰੂ ਨਾਨਕ ਦੀ ਕਰਤਾ ਦੀ ਗੱਦੀ ਦਾ ਜਿਹੜਾ ਵਾਰਸ ਹੈ ਉਹ ਬਕਾਲੇ ਦੀ ਧਰਤੀ ਤੇ ਬਕਾਲੇ ਦੀ ਧਰਤੀ ਤੇ ਉਸ ਵਕਤ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਨਾਲ ਜਿਹੜੇ ਸਨ ਮਾਤਾ ਸੁਲੱਖਣੀ ਜੀ, ਚੌਪਤ ਰਾਏ ਜੀ, ਦਰਗਾ ਮੱਲ ਜੀ ਤੇ ਜਿਹੜੇ ਭਾਈ ਨਾਨੂ ਜੀ, ਭਾਈ ਗੁਰਬਖਸ਼ ਜੀ, ਇਹਨਾਂ ਸਿੱਖਾਂ ਦੀ ਤੇ ਜਿਹੜੀ ਡਿਊਟੀ ਲਗਾਈ ਜਾਂਦੀ ਹੈ ਕਿ ਬਕਾਲੇ ਦੀ ਧਰਤੀ ਤੇ ਮੇਰੇ ਬਾਬੇ ਨੂੰ ਹੁਣ ਗੁਰਤਾ ਗੱਦੀ ਦੇਣ ਦੀ ਜਿਹੜੀ ਉਹ ਰਸਮ ਜਿਹੜੀ ਉਹ ਅਦਾ ਕੀਤੀ ਜਾਵੇ। ਇਹ ਵਾਕਿਆ ਜਿਹੜਾ ਹੈ ਉਹ 1664 ਦਾ ਹੈ। 1665 ਦੇ ਵਿੱਚ ਤੇ ਗੁਰਮੁਖ ਪਿਆਰੇ 1664 ਦੇ ਵਿੱਚ ਹੀ ਇਸ ਬਕਾਲੇ ਦੀ ਧਰਤੀ ਦੇ ਸਤਿਗੁਰੂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਮਿਲਦੀ ਹੈ। ਤੇ ਜਦੋਂ ਇਸ ਗੁਰੂ ਨਾਨਕ ਦੇ ਘਰ ਦਾ ਹੀ ਸਿੱਖ ਮੱਖਣ ਸ਼ਾਹ ਲੁਬਾਣਾ, ਜਿਹੜਾ ਜਿਹਦੇ ਬਜ਼ੁਰਗ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਦੇ ਹੀ ਸ਼ਰਧਾਲੂ ਨੇ, ਇਹ ਅਕਸਰ ਗੁਰੂ ਨਾਨਕ ਦੇ ਘਰ ਦੇ ਵਿੱਚ ਆਪਣੇ ਵਪਾਰ ਦੀ ਜਿਹੜੀ ਦਸਵੰਧ ਦੀ ਰਕਮ ਤੇ ਭੇਟਾ ਦੇਣ ਆਇਆ ਕਰਦੇ ਸਨ। ਇਹਦਾ ਜਦੋਂ ਇਸ ਵਾਰ ਸੀ ਕਿਤੇ ਬੇੜਾ ਡੁੱਬਦਾ ਜਾ ਰਿਹਾ ਸੀ, ਜਦੋਂ ਗੁਰੂ ਨਾਨਕ ਦੇ ਅੱਗੇ ਅਰਜ਼ੋਈ ਕੀਤੀ ਕਿ ਸਤਿਗੁਰੂ ਮੇਰਾ ਜਿਹੜਾ ਹੈ ਬੇੜਾ ਪਾਰ ਹੋ ਜਾਏ, ਤੇ ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਦੇ ਨਾਲ ਇਹ ਜਦੋਂ ਡੁੱਬਦਾ ਹੋਇਆ ਬੇੜਾ ਪਾਰ ਲੱਗਿਆ ਸੀ ਤੇ ਆਪਣੀ ਜਿਹੜੀ ਦਸਵੰਧ ਦੀ ਭੇਟਾ ਲੈ ਕੇ ਕੀਰਤਪੁਰ ਸਾਹਿਬ ਗਿਆ। ਜਦੋਂ ਇੱਥੋਂ ਪਤਾ ਲੱਗਿਆ ਕਿ ਗੁਰੂ ਦਿੱਲੀ ਦੇ ਵਿੱਚ ਨੇ ਤੇ ਦਿੱਲੀ ਦੇ ਵਿੱਚ ਗਿਆ ਤੇ ਜਦੋਂ ਦਿੱਲੀ ਦੇ ਵਿੱਚ ਜਾ ਕੇ ਗੁਰੂ ਪਾਤਸ਼ਾਹ ਜੀ ਦੇ ਜੋਤੀ ਜੋਤ ਦੀ ਜਿਹੜੀ ਖਬਰ ਪਤਾ ਲੱਗੀ ਹੈ ਤੇ ਬਾਬਾ ਬਸੈ ਗ੍ਰਾਮ ਬਕਾਲੇ ਦੀ ਗੱਲ ਸਾਹਮਣੇ ਆਈ ਤੇ ਇਹ ਆਪਣੇ ਜਿਹੜੇ 100 ਹਥਿਆਰਬੰਦ, ਆਪਣੀ ਘਰਵਾਲੀ ਸਲਹੂਜੀ ਤੇ ਜਿਹੜੇ 2 ਪੁੱਤਰ ਲਾਲ ਚੰਦ ਤੇ ਚੰਦੂ ਲਾਲ ਦੇ ਨਾਲ ਜਿਹੜਾ ਇਹ ਬਕਾਲੇ ਦੀ ਧਰਤੀ ਤੇ ਆਇਆ। ਇੱਥੇ ਜਦੋਂ ਆ ਕੇ ਵੇਖਿਆ ਹੈ ਤੇ 52 ਜਿਹੜੇ ਆ ਮੰਜੀਆਂ ਢਾ ਕੇ ਗੁਰੂ ਬਣ ਬੈਠੇ ਸਨ। ਇਹਨਾਂ ਦੇ ਵਿੱਚੋਂ ਕੁਝ ਤਾਂ ਉਹ ਸਨ ਜਿਹੜੇ ਕਿਤੇ ਗੁਰੂ ਨਾਨਕ ਜਿਹੜੇ ਹੈ ਗੁਰੂ ਪਾਤਸ਼ਾਹ ਜੀ ਦੇ ਪਰਿਵਾਰਕ ਤੌਰ ਤੇ ਹੀ ਮੈਂਬਰ ਸਨ, ਜਿਵੇਂ ਪ੍ਰਿਥੀ ਚੰਦ ਦਾ ਪੁੱਤਰ ਜਿਹੜਾ ਸੀ ਮਿਹਰਬਾਨ ਦਾ ਪੁੱਤਰ ਜਿਹੜਾ ਸੀਗਾ ਹਰੀ ਜੀ, ਤੇ ਧੀਰ ਮੱਲੀਏ ਜਿਹੜੇ ਸਨ ਇਹ ਕਿਤੇ ਗੱਦੀਆਂ ਲਗਾ ਕੇ ਬੈਠੇ ਸਨ। ਤੇ ਕੁਝ ਉਹ ਲੋਕ ਸਨ ਕਿ ਜਿਸ ਵਕਤ ਔਰੰਗਜ਼ੇਬ ਦਾ ਜਿਹੜਾ ਇੰਟੈਲੀਜੈਂਸੀ ਬਿਊਰਾ ਸੀ। ਇੱਕ ਗੱਲ ਇੱਥੇ ਹੋਰ ਪੱਖ ਜਿਹੜਾ ਇਤਿਹਾਸ ਦੀ ਪਕੜ ਨੂੰ
ਪਕੜ ਕੇ ਰਾਖੇ ਰੱਖਿਓ। ਮੁਗਲ ਸਲਤਨਤ ਦੇ ਵਿੱਚ ਨਾ ਇੱਕ ਅਖਬਾਰ ਚੱਲਦੀ ਸੀ। ਜਿਵੇਂ ਅੱਜ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਕੀ ਵਾਪਰਦਾ ਪਿਆ ਹੈ, ਸਾਨੂੰ ਜਾਂ ਤਾਂ ਅਸੀਂ ਟੀਵੀ ਦੇ ਵਿੱਚ, ਮੀਡੀਆ ਦੇ ਵਿੱਚ ਖਬਰਾਂ ਸੁਣ ਲੈਂਦੇ ਹਾਂ, ਤੇ ਜਾਂ ਫਿਰ ਜਿਹੜੀ ਪ੍ਰਿੰਟ ਮੀਡੀਆ ਹੈ, ਜਿਹੜੀ ਅਖਬਾਰ ਸਾਡੇ ਘਰ ਚ ਹੁੰਦੀ, ਜਾਂ ਸਾਨੂੰ ਉਹਦੇ ਤੋਂ ਪਤਾ ਲੱਗ ਜਾਂਦਾ ਕਿ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਕੀ ਵਾਪਰਦਾ ਪਿਆ। ਇਸੇ ਤਰ੍ਹਾਂ ਮੁਗਲ ਸਲਤਨਤ ਦੇ ਵਿੱਚ ਇੱਕ ਅਖਬਾਰ ਚੱਲਦੀ ਸੀ। ਅਸਲ ਦੇ ਵਿੱਚ ਉਹ ਅਖਬਾਰ ਇੱਕ ਖੂਫੀਆ ਵਿਭਾਗ ਸੀ। ਉਹ ਖੂਫੀਆ ਵਿਭਾਗ ਦੇ ਇੰਟੈਲੀਜੈਂਸੀ ਬਿਊਰੋ ਸੀ ਜਿਹੜੀ ਉਹ ਅਖਬਾਰ ਸੀ, ਅਖਬਾਰੇ ਦਰਬਾਰੇ ਅਮੁੱਲਾ। ਫਿਰ ਮੈਂ ਦੁਬਾਰਾ ਅਰਜ਼ ਕਰਦਿਆਂ, ਅਖਬਾਰ ਹੈ ਦਰਬਾਰੇ ਅਮੁੱਲਾ। ਅਖਬਾਰ ਜਿਹੜਾ ਇੱਕ ਇੱਕ ਪਲ ਦਾ ਮੁਗਲ ਸਲਤਨਤ ਦਾ ਜਿਹੜਾ ਸ਼ਾਸਕ ਸੀ ਉਹਦੇ ਕੋਲ ਇੱਕ ਇੱਕ ਖਬਰ ਪਹੁੰਚਦੀ ਸੀ। ਜਦੋਂ, ਕਿਉਂਕਿ ਨਿਗਾਹ ਤਾਂ ਪਹਿਲਾਂ ਹੀ ਟਿਕਾਈਆਂ ਹੋਈਆਂ ਸੀ ਮੁਗਲ ਸਲਤਨਤ ਨੇ, ਜਦੋਂ ਇਹ ਸੀ ਬਾਬਾ ਬਸੈ ਗ੍ਰਾਮ ਬਕਾਲੇ, ਤੇ ਮੁਗਲ ਸਲਤਨਤ ਦੇ ਕਰਿੰਦਿਆਂ ਨੇ ਆਪਣੇ ਹੀ ਜਿਹੜੇ ਨਿਕਟ ਵਰਤੀ ਸਨ, ਉਹ ਵੀ ਬੰਦੇ ਜਿਹੜੇ ਹੈ ਉਹ ਵਿੱਚ ਉਹਨਾਂ 22 ਜਿਹੜੇ ਗੁਰੂ ਬਣ ਬੈਠੇ ਸਨ ਉਹਨਾਂ ਦੇ ਵਿੱਚ ਬਿਠਾਏ ਸਨ। ਤੇ ਜਿਹੜੀ ਹੈ ਰੁੱਖ ਕੁਛ ਹੋਰ ਬਣ ਜਾਏ। ਤੇ ਜਦੋਂ ਹੁਣ ਮੱਖਣ ਸ਼ਾਹ ਲਬਾਣਾ ਆਇਆ, ਉਹਨੇ ਵੇਖਿਆ ਕਿ ਗੁਰੂ ਨਾਨਕ ਦੇ ਘਰ ਦਾ ਕਰਿੰਦਾ ਜਿਹੜਾ ਅਨੁਵਾਈ ਤਾਂ ਕੇਵਲ ਇੱਕ ਹੈ, ਪਰ ਇੱਥੇ ਤਾਂ 22 ਗੁਰੂ ਜਿਹੜੇ ਬਣੇ ਬੈਠੇ ਨੇ। ਤੇ ਫਿਰ ਉਸ ਵਕਤ ਇਤਿਹਾਸ ਕਹਿੰਦਾ 2-2 ਮੋਹਰਾਂ, ਕਈਆਂ ਨੇ 5-5 ਮੋਹਰਾਂ ਦੀ ਗੱਲ ਕੀਤੀ ਹੈ ਕਿ ਮੱਖਣ ਸ਼ਾਹ ਲੁਬਾਣੇ ਨੇ ਫਿਰ ਇੱਕ ਜੁਗਤ ਵਰਤੀ ਤੇ ਸਾਰਿਆਂ ਦੇ ਸਾਹਮਣੇ ਹੁਣ 5-5 ਮੋਹਰਾਂ ਰੱਖ ਕੇ ਮੱਥੇ ਟੇਕਦੇ ਨੇ। ਤੇ ਜਿਹੜੇ ਉਹ ਲੋਕ ਸਨ 5-5 ਮੋਹਰਾਂ ਲੈ ਕੇ ਹੀ ਬੜੇ ਖੁਸ਼ ਸਨ, ਕਿਉਂਕਿ ਉਹਨਾਂ ਨੂੰ ਤਾਂ ਕੇਵਲ ਧਨ ਚਾਹੀਦਾ ਸੀ ਨਾ। ਅੰਦਰ ਦੀ ਜਿਹੜੀ ਸਕੂਨ, ਜਿਹੜੀ ਅੰਦਰ ਦੀ ਜਿਹੜੀ ਸੀ, ਉਹ ਅੰਦਰ ਨੂੰ ਸਕੂਨ ਦੇਣ ਵਾਲਾ ਤਾਂ ਪੂਰਾ ਤੇ ਸੱਚਾ ਗੁਰੂ ਹੀ ਦੇ ਸਕਦਾ ਸੀ, ਪਰ ਮਨ ਦੀ ਜਿਹੜੀ ਹੈ ਉਹ ਸੰਤੁਸ਼ਟੀ ਨਹੀਂ ਹੋਈ। ਤੇ ਉੱਥੇ ਹੁਣ ਮੱਖਣ ਸ਼ਾਹ ਲੁਬਾਣਾ ਪੁੱਛਦਾ ਹੈ ਕਿਸੇ ਨੂੰ, ਕਹਿਣ ਲੱਗੇ ਇੱਥੇ ਕੋਈ ਹੋਰ ਵੀ ਹੈ ਜਿਹੜਾ ਹੈ ਗੁਰੂ ਨਾਨਕ ਦੇ ਘਰ ਦਾ ਕੋਈ ਅਨੁਵਾਈ ਹੋਵੇ। ਤੇ ਉਸ ਵਕਤ ਲੋਕਾਂ ਨੇ ਕਿਹਾ ਹਾਂ ਇੱਥੇ ਇੱਕ ਤੇਗਾ ਹੈ ਜਿਹੜਾ ਕਿਤੇ ਇਸ ਜਿਹੜਾ ਧਰਤੀ ਤੇ ਹੀ ਰਹਿੰਦਾ ਹੈ। ਪੁੱਛਦਿਆਂ ਪੁਛਾਉਂਦਿਆਂ ਹੁਣ ਭਾਈ ਮੱਖਣ ਸ਼ਾਹ ਲੁਬਾਣਾ ਗਏ ਨੇ ਤੇ ਜਿਹੜਾ ਦਰਵਾਜ਼ਾ ਮਾਤਾ ਗੁਜਰ ਕੌਰ ਜੀ ਨੇ ਖੋਲਿਆ ਹੈ। ਹੁਣ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲੇ ਗਏ, ਉਸ ਵਕਤ ਸਤਿਗੁਰੂ ਪਾਤਸ਼ਾਹ ਜੀ ਹੁਣ ਜਿਹੜੇ ਹੈ ਉਹ ਸਿਮਰਨ ਕਰ ਰਹੇ ਸਨ, ਤੇ ਉੱਥੇ ਵੀ ਜਾ ਕੇ ਹੁਣ 5 ਮੋਹਰਾਂ ਰੱਖੀਆਂ ਨੇ। ਤੇ ਉਸ ਵਕਤ ਹੁਣ ਤੇਗ ਬਹਾਦਰ ਜੀ ਕਹਿਣ ਲੱਗੇ ਕਿ ਦੇਖ ਸੁਖਦਾ ਤੇ 500 ਮੋਹਰਾਂ, ਤੇ ਜਿਹੜੀਆਂ ਭੇਟਾਂ ਤੂੰ 5 ਮੋਹਰਾਂ ਕਰ ਰਿਹਾ ਹੈ। ਤੇ ਜਦੋਂ ਇਤਿਹਾਸ ਕਹਿੰਦਾ ਕਿ ਜਦੋਂ ਮੋਢੇ ਦਾ ਨਿਸ਼ਾਨ ਵਿਖਾਇਆ ਤੇ ਕੋਠੇ ਤੇ ਚੜ ਕੇ ਹੁਣ ਕਹਿੰਦਾ ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਤੇ ਇਧਰੋਂ ਜਿਹੜਾ ਉਹ ਵਫਦ ਜਿਹੜਾ ਦਿੱਲੀ ਤੋਂ ਭੇਜਿਆ ਸੀ 8ਵੇਂ ਪਾਤਸ਼ਾਹ ਜੀ ਨੇ, ਕਿ ਜਿਹੜਾ ਪਰਿਵਾਰ ਨੂੰ ਗੁਰਤਾ ਗੱਦੀ ਦੀ ਰਸਮ ਅਦਾ ਕਰਨ ਦੇ ਲਈ, ਹੁਣ ਇਹ ਵੀ ਜਿਹੜਾ ਹੈ ਅਗਸਤ ਦੇ ਵਿੱਚ ਪਹੁੰਚਦਾ ਪਿਆ ਹੈ। ਗੁਰੂ ਪਾਤਸ਼ਾਹ ਜੀ ਦੀ ਜਿਹੜੀ ਜੋਤੀ ਜੋਤ ਸਮਾਉਂਦੇ ਨੇ ਉਹ 30 ਮਾਰਚ 1664 ਨੂੰ, ਤੇ ਗੁਰਮੁਖ ਪਿਆਰੇ ਹੁਣ ਅਗਸਤ ਦੇ ਮਹੀਨੇ ਦੇ ਵਿੱਚ ਇਹ ਵਫਦ ਪਹੁੰਚਦਾ ਹੈ। ਉਸ ਵਕਤ ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ ਬਾਬਾ ਗੁਰਦਿੱਤਾ ਜੀ ਇਹ ਹੁਣ ਗੁਰਤਾ ਗੱਦੀ ਦੇਣ ਦੀ ਰਸਮ ਅਦਾ ਕਰਦੇ ਨੇ। ਤੇ ਇੱਥੇ ਹੁਣ ਤੇਗ ਬਹਾਦਰ ਜੀ ਨੂੰ ਗੁਰੂ ਤੇਗ ਬਹਾਦਰ ਬਣਾਇਆ ਜਾਂਦਾ ਹੈ, ਗੁਰਤਾ ਗੱਦੀ ਮਿਲਦੀ ਹੈ। ਇੱਥੋਂ ਹੁਣ ਸਤਿਗੁਰੂ ਸੱਚੇ ਪਾਤਸ਼ਾਹ, ਕਿਉਂਕਿ ਹੁਣ ਸਤਿਗੁਰੂ 9ਵੇਂ ਪਾਤਸ਼ਾਹ ਜੀ ਦਾ ਇਤਿਹਾਸ, ਕਿਉਂਕਿ ਹੁਣ ਇੱਥੇ ਬਹੁਤ ਵੱਡੇ ਇਤਿਹਾਸ ਦੇ ਵਾਕਿਆ ਵਾਪਰਦੇ ਨੇ ਜਿਹੜਾ ਕਿਤੇ ਸ਼ਹਾਦਤਾਂ ਦਾ ਮੁੱਢ ਬਣਦਾ ਹੈ। ਹੁਣ ਜਦੋਂ ਗੁਰਤਾ ਗੱਦੀ ਮਿਲਦੀ ਹੈ 9ਵੇਂ ਪਾਤਸ਼ਾਹ ਜੀ ਨੂੰ, ਹੁਣ ਇੱਥੋਂ ਸਤਿਗੁਰੂ ਪਾਤਸ਼ਾਹ ਜੀ ਪਹੁੰਚਦੇ ਨੇ ਗੁਰਮੁਖ ਪਿਆਰਿਓ ਹੁਣ ਅੰਮ੍ਰਿਤਸਰ ਦੀ ਧਰਤੀ ਤੇ। 1635 ਨੂੰ ਇਹ ਨਗਰ ਛੱਡਿਆ ਜਾਂਦਾ ਹੈ, 6ਵੇਂ ਪਾਤਸ਼ਾਹ ਛੱਡਦੇ ਨੇ। ਤੇ ਹੁਣ ਜਿਹੜਾ ਹੈ 1664 ਦੇ ਵਿੱਚ ਆਉਂਦੇ ਨੇ, ਆਪਣੇ ਜੀਵਨ ਦੇ ਵਿੱਚ 30 ਸਾਲ ਬਾਅਦ 9ਵੇਂ ਪਾਤਸ਼ਾਹ ਹੁਣ ਅੰਮ੍ਰਿਤਸਰ ਦੀ ਧਰਤੀ ਤੇ ਆਉਂਦੇ ਨੇ 30 ਸਾਲ ਬਾਅਦ। ਤੇ ਇੱਥੇ ਆਏ ਤੇ ਜਦੋਂ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ ਨੇ, ਤੇ ਸਤਿਗੁਰੂ ਪਾਤਸ਼ਾਹ ਇੱਥੇ ਹੁਣ ਥੋੜਾ ਚਿਰ ਬੈਠਦੇ ਨੇ, ਜਿੱਥੇ ਅਕਾਲ ਤਖਤ ਸਾਹਿਬ ਦੇ ਨਾਲ ਹੀ ਹੈ ਗੁਰਦੁਆਰਾ ਥੜਾ ਸਾਹਿਬ। ਇੱਥੇ 9ਵੇਂ ਪਾਤਸ਼ਾਹ ਕੁਝ ਸਮਾਂ ਰੁਕਦੇ ਨੇ। ਤੇ ਹੁਣ ਜਦੋਂ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ, ਇੱਥੋਂ ਫਿਰ ਹੁਣ ਦੱਖਣ ਤੇ ਪੱਛਮ ਦਿਸ਼ਾ ਵੱਲ 4 ਕੁ ਮੀਲ ਤੇ ਪਿੰਡ ਹੈ, ਉੱਥੇ ਸਤਿਗੁਰੂ ਪਾਤਸ਼ਾਹ ਰੁਕਦੇ ਨੇ ਬੀਬੀ ਹਰੋ ਜੀ ਦੇ ਘਰ ਦੇ ਵਿੱਚ। ਇੱਥੇ ਜਦੋਂ ਹੁਣ ਗੁਰਤਾ ਗੱਦੀ ਬਾਰੇ ਸਿੱਖਾਂ ਨੂੰ ਪਤਾ ਲੱਗਦਾ ਹੈ ਤੇ ਦੂਰ ਦਰਾਡੇ ਦੇ ਸਿੱਖ ਹੁਣ ਇੱਥੇ ਆ ਕੇ ਦਰਸ਼ਨ ਕਰਦੇ ਨੇ। ਤੇ ਇੱਥੇ ਹੀ ਫਿਰ ਜਦੋਂ ਸਿੱਖ ਸੰਗਤਾਂ ਨੇ ਪੁਜਾਰੀਆਂ ਨੂੰ ਲਾਹਣਤਾਂ ਪਾਈਆਂ, ਤੇ ਜਿਨ੍ਹਾਂ ਨੇ ਦਰਵਾਜ਼ੇ ਬੰਦ ਕਰ ਲਏ ਸਨ, ਇਹੀ ਪੁਜਾਰੀ ਤੇ ਫਿਰ ਜਿਹੜੇ ਹੈ ਇਸੇ ਪਿੰਡ ਦੇ ਵਿੱਚ ਆ ਕੇ ਖਿਮਾ ਜਾਚਨਾ ਮੰਗਦੇ ਨੇ। ਇੱਥੋਂ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਤੁਰਦੇ ਨੇ ਤੇ ਧਮਧਾਨ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ। ਧਮਧਾਨ ਸਾਹਿਬ ਇੱਥੋਂ ਦਾ ਜਿਹੜਾ ਹੈ ਰਹਿਣ ਵਾਲਾ ਭਾਈ ਦੱਗੋ ਜੀ ਬੜਾ ਜ਼ਮੀਂਦਾਰ ਹੈ, ਬੜਾ ਅਮੀਰ ਹੈ।
ਇਹਦੇ ਕੋਲੇ ਜ਼ਮੀਨ ਜਾਇਦਾਦ ਧਨ ਦੌਲਤ ਦੀ ਕੋਈ ਕਮੀ ਨਹੀਂ, ਬਹੁਤ ਵੱਡਾ ਜ਼ਗੀਰਦਾਰ ਹੈ। ਭਾਈ ਦੱਗੋ ਜੀ ਦੇ ਬਜ਼ੁਰਗ ਵੀ ਜਿਹੜੇ ਸਨ ਗੁਰੂ ਨਾਨਕ ਦੇ ਘਰ ਦੇ ਸ਼ਰਧਾਲੂ ਸਨ। ਤੇ ਉਸ ਵਕਤ ਭਾਈ ਦੱਗੋ ਜੀ ਬੇਨਤੀ ਕਰਦਾ, ਸਤਿਗੁਰੂ ਜੀ ਅਕਸਰ ਜਿਹੜੇ ਸਿੱਖੀ ਦੇ ਪ੍ਰਚਾਰ ਕੇਂਦਰ ਧੁਰਾ ਬਣਦਾ ਰਿਹਾ ਹੈ, ਮੈਂ ਚਾਹੁੰਦਾ ਵਾਂ ਕਿ ਜਿਹੜਾ ਸਿੱਖੀ ਦਾ ਪ੍ਰਚਾਰ ਧੁਰਾ ਜਿਹੜਾ ਤੁਹਾਡੇ ਵੇਲੇ ਦਾ ਜਿਹੜਾ ਧਮਧਾਨ ਸਾਹਿਬ ਬਣ ਜਾਏ। ਮੈਂ ਸਾਰੇ ਤਰ੍ਹਾਂ ਦੇ ਪ੍ਰਬੰਧ ਕਰ ਦੇਵਾਂਗਾ। ਉਹਨੇ ਖੂਹ ਬਣਾ ਦਿੱਤੇ, ਬੌਲੀਆਂ ਲਗਾ ਦਿੱਤੀਆਂ, ਇੱਥੋਂ ਤੱਕ ਜਿਹੜਾ ਹੈ ਗੁਰੂ ਪਾਤਸ਼ਾਹ ਜੀ ਦੇ ਬਹੁ ਲਈ ਬਹੁਤ ਵੱਡਾ ਮਹਿਲ ਵੀ ਉਸਾਰੀ ਕਰ ਦਿੱਤਾ, ਸਾਰੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ। ਤੇ ਇੱਥੇ ਹੁਣ ਸਤਿਗੁਰੂ ਪਾਤਸ਼ਾਹ ਜੀ ਹੁਣ ਜਦੋਂ ਰੁਕੇ ਹੋਏ ਨੇ, ਇੱਥੇ ਹੀ ਇੱਕ ਸਿੱਖ ਮੈਸੇਜ ਦਿੰਦਾ, ਮੈਸੇਂਜਰ ਬਣ ਕੇ ਇੱਕ ਖਬਰ ਦਿੰਦਾ ਹੈ ਕਿ ਜਿਹੜਾ ਦੀਪ ਚੰਦ ਦਾ ਰਾਜਾ ਜਿਹੜਾ ਹੈ ਉਹ ਜਿਹੜਾ ਦੇਹਾਂਤ ਹੋ ਗਿਆ ਹੈ ਤੇ ਉਹ ਚੜ੍ਹਾਈ ਕਰ ਗਿਆ ਹੈ। ਤੇ ਜਿਹੜਾ ਹੁਣ ਦੀਪ ਚੰਦ ਦੇ ਬਜ਼ੁਰਗ ਜਿਹੜਾ ਕਲਿਆਣ ਚੰਦ ਸੀ, ਇਹਦੀ ਹੋਈ ਦਿੱਤੀ ਹੋਈ ਭੇਟਾ ਕੀਤੀ ਹੋਈ ਜ਼ਮੀਨ ਤੇ ਉੱਤੇ ਹੀ ਕੀਰਤਪੁਰ ਨਗਰ ਵਸਿਆ ਸੀ। ਹੁਣ ਜਦੋਂ ਦੀਪ ਚੰਦ ਦੇ ਬਾਰੇ ਪਤਾ ਲੱਗਿਆ, ਸਤਿਗੁਰੂ ਪਾਤਸ਼ਾਹ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਪਰਿਵਾਰ ਦੇ ਸਮੇਤ ਤੇ ਸਿੱਖਾਂ ਦੇ ਸਮੇਤ ਦੀਪ ਚੰਦ ਦੇ 17ਵੇਂ ਦੇ ਭੋਗ ਦੇ ਉੱਤੇ ਜਿਹੜਾ ਇੱਥੇ ਹੁਣ ਸ਼ਾਮਲ ਹੁੰਦੇ ਨੇ। ਤੇ ਜਿਹੜੀ ਉਹਦੀ ਦੀਪ ਚੰਦ ਦੀ ਰਾਣੀ ਹੈ ਚੰਪਾ ਰਾਣੀ, ਉਹਨੂੰ ਬੜੀ ਇਸ ਚੀਜ਼ ਦੀ ਅੰਦਰੂਨੀ ਤੌਰ ਤੇ ਚਾਅ ਆ, ਖੁਸ਼ੀ ਹੈ ਕਿ ਸਾਡੇ ਇਸ ਦੁੱਖ ਦੇ ਵਿੱਚ ਗੁਰੂ ਪਾਤਸ਼ਾਹ ਜੀ ਸ਼ਰੀਕ ਹੋਏ ਨੇ ਤੇ ਸਾਡੇ ਦੁੱਖ ਨੂੰ ਵੰਡਾਇਆ ਹੈ। ਤੇ ਜਦੋਂ ਹੁਣ ਭੋਗ ਪੈਂਦਾ, ਭੋਗ ਦੀ ਸਮਾਪਤੀ ਤੋਂ ਬਾਅਦ ਰਾਣੀ ਚੰਪਾ ਹੁਣ ਇੱਥੇ ਇੱਕ ਰੋਸ ਅਰਜ਼ ਕਰਦੀ ਹੈ। ਰੋਸ ਕਰਦਿਆਂ ਹੋਇਆ ਕਹਿੰਦੀ ਹੈ ਕਿ ਸਤਿਗੁਰੂ ਜੀ ਤੇ ਕਿੱਡੀ ਵੱਡੀ ਸੀ ਕਿਤੇ ਸਾਡੇ ਬਜ਼ੁਰਗ ਜਿਹੜੇ ਹੈ ਗੁਰੂ ਨਾਨਕ ਦੇ ਘਰ ਦੇ ਨਾਲ ਜੁੜੇ ਹੋਏ ਸਨ, ਤੇ ਅਸੀਂ ਗੁਰੂ ਨਾਨਕ ਦੀ ਸਿੱਖੀ ਦਾ ਆਨੰਦ ਮਾਣਦੇ ਸਾਂ। ਤੇ ਮੈਨੂੰ ਖਬਰ ਪਤਾ ਲੱਗਿਆ ਕਿ ਤੁਸੀਂ ਧਮਧਾਨ ਸਾਹਿਬ ਨੂੰ ਸਿੱਖੀ ਦੇ ਪ੍ਰਚਾਰ ਕੇਂਦਰ ਧੁਰਾ ਤੁਸੀਂ ਬਣਾਉਣ ਲੱਗੇ ਹੋ। ਸਤਿਗੁਰੂ, ਮੈਂ ਚਾਹੁੰਦੀ ਆ ਕਿ ਤੁਸੀਂ ਇੱਥੇ ਇੱਕ ਨਗਰ ਹੋਰ ਵਸਾ ਲਵੋ, ਤੇ ਜਿਹੜਾ ਕੀਰਤਪੁਰ ਨਗਰ ਤੁਸੀਂ ਛੱਡ ਕੇ ਨਾ ਜਾਓ। ਤੇ ਜੇ ਇਸ ਧਮਧਾਨ ਸਾਹਿਬ ਨੂੰ ਤੁਸੀਂ ਉਸ ਤਰ੍ਹਾਂ ਆਪਣਾ ਨਗਰ ਵਸਾ ਲਵੋ, ਪਰ ਜਿਹੜਾ ਸਿੱਖੀ ਦਾ ਕੇਂਦਰ ਧੁਰਾ ਇਸੇ ਧਰਤੀ ਤੇ ਤੁਸੀਂ ਵਸਾ ਲਓ। ਜ਼ਮੀਨ ਚਾਹੀਦੀ ਹੈ, ਮੈਂ ਜ਼ਮੀਨ ਵੀ ਦੇ ਦੇਵਾਂਗੀ। ਤੇ ਗੁਰਮੁਖ ਪਿਆਰਿਓ, ਇੱਥੇ ਹੁਣ ਜ਼ਮੀਨ ਦੀ ਪੇਸ਼ਕਸ਼ ਹੁੰਦੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ ਦੇ ਨਾਲ ਹੁਣ ਇੱਥੇ ਨਗਰ ਦਾ ਮੁੱਢ ਵੱਜਦਾ। ਸੋ ਗੁਰਮੁਖ ਪਿਆਰਿਓ, ਗੁਰੂ ਘਰ ਦੇ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਇਹ 3 ਰੋਜ਼ਾ ਸਮਾਗਮ ਹੈ। ਇਤਿਹਾਸ ਦੀ ਲੜੀ ਨੂੰ ਤਾਂ ਪਰੋਇਆ ਹੈ ਤੇ ਗੁਰਮੁਖ ਪਿਆਰਿਓ ਪਤਾ ਲੱਗ ਜਾਏ ਕਿ ਅਸਲ ਦੇ ਵਿੱਚ ਸ਼ਹਾਦਤਾਂ ਦੇ ਮੁੱਢ ਕਿੱਥੋਂ ਤੇ ਕਿਵੇਂ ਤੇ ਕਿਉਂ ਵੱਜਦੇ ਨੇ। ਇਸ ਲੜੀ ਨੂੰ ਹੁਣ ਕੱਲ ਰੋਜ਼ ਦੇ ਦੀਵਾਨ ਦੇ ਵਿੱਚ ਤੇ ਇਸੇ ਤਰ੍ਹਾਂ ਪਰਾਵਾਂ, ਇਸੇ ਤਰ੍ਹਾਂ ਅਗਾਂਹ ਇਸੇ ਲੜੀ ਨੂੰ ਪਰੋਇਆ ਜਾਏਗਾ। ਸੋ ਗੁਰਮੁਖ ਪਿਆਰਿਓ, ਇਸ ਦੀਵਾਨ ਦੀ ਹੁਣ ਅੱਜ ਦੀ ਕਥਾ ਦੀ ਇੱਥੇ ਹੀ ਸਮਾਪਤੀ ਹੈ। ਤੇ ਗੱਲ ਅਰਜ਼ ਕਰਦੇ ਆਂ, ਤੇ ਜਿਨ੍ਹਾਂ ਦੇ ਦਿਨ ਆਪਾਂ ਮਨਾਉਨੇ ਆ ਨਾ, ਤੇ ਉਹਨਾਂ ਦੀ ਯਾਦ ਦੇ ਵਿੱਚ ਜੁੜੀਏ ਤੇ ਆਪ ਵੀ ਆਈਏ ਤੇ ਹੋਰਨਾਂ ਨੂੰ ਵੀ ਪ੍ਰੇਰਨਾ ਕਰਕੇ ਆ। ਰੋਜ਼ਾਨਾ 7 ਤੋਂ 8 ਦਾ ਦੀਵਾਨ ਹੈ। ਸੋ ਗੁਰਮੁਖ ਪਿਆਰਿਓ, ਇਤਨੇ ਹੀ ਬਚਨ ਪ੍ਰਵਾਨ। ਵਿਚਾਰਾਂ ਕਰਦਿਆਂ ਹੋਏ ਗਲਤੀਆਂ ਖਿਮਾ ਦੇ ਜਾਚਕ ਸਤਿਗੁਰ ਕਿਰਪਾ ਕਰਨ। ਤੇ ਨਾ ਮੇਰੇ ਵੀਰ ਭੈਣਾਂ ਦੇ ਵੀ ਧੰਨਵਾਦ ਜਿਨ੍ਹਾਂ ਨੇ ਸ਼ਬਦ ਭੇਟ ਮਾਇਆ ਅਰਪਿਤ ਕੀਤੀ ਹੈ, ਸਤਿਗੁਰ ਕਿਰਪਾ ਕਰਨ। ਸੋ ਗੁਰਮੁਖ ਪਿਆਰਿਓ, ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ